हाँ जी स्टूडेंट्स, ਅੱਜ ਅਸੀਂ 12ਵੀਂ ਕਲਾਸ ਦੀ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ ਜਿਸ ਨੂੰ ਕਿ ਮੁਲਕ ਰਾਜ ਆਨੰਦ ਜੀ ਨੇ ਲਿਖਿਆ ਹੋਇਆ ਹੈ ਉਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਇਹ ਸਾਡਾ ਇਸ ਚੈਪਟਰ ਦਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ ਇਸ ਸਟੋਰੀ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਮੈਂ ਬਹੁਤ ਹੀ ਡਿਟੇਲ ਅਤੇ ਈਜ਼ੀ ਲੈਂਗੁਏਜ ਦੇ ਵਿੱਚ ਐਕਸਪਲੇਨ ਕੀਤੀ ਹੈ। ਮੈਂ ਇਸ ਦੇ 3 ਵੀਡੀਓ ਬਣਾਏ ਹਨ, ਪਾਰਟ 1, ਪਾਰਟ 2 ਅਤੇ ਬਾਕੀ ਦਾ ਰਹਿੰਦਾ ਹੋਇਆ ਚੈਪਟਰ ਮੈਂ ਪਾਰਟ 3 ਦੇ ਵਿੱਚ ਡਿਸਕਸ ਕੀਤਾ ਹੈ। ਤਾਂ ਮੈਂ ਇਸ ਚੈਪਟਰ ਦੇ ਵਿੱਚ ਇਸ ਦੇ ਰਾਈਟਰ ਮੁਲਕ ਰਾਜ ਆਨੰਦ ਜੀ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਅਤੇ ਚੈਪਟਰ ਦੇ ਵਿੱਚ ਆਏ ਹੋਏ ਜੋ ਗਲੋਸਰੀ ਦੇ ਜਿੰਨੇ ਵੀ ਟਰਮਸ ਨੇ ਉਹ ਮੈਂ ਬਹੁਤ ਹੀ ਡਿਟੇਲ ਅਤੇ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਤਾਂ ਸਟੂਡੈਂਟਸ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਕਿਸੇ ਵੀ ਕਾਰਨਵਸ਼ ਮਿਸ ਹੋਇਆ ਹੈ ਤਾਂ ਮੈਂ ਉੱਪਰ ਇਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਇਸ ਲਿੰਕ ਤੇ ਜਾ ਕੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ। ਤਾਂ ਸਟੂਡੈਂਟਸ ਤੁਹਾਡੀ ਕਲਾਸ ਦੀ ਟੈਕਸਟ ਬੁੱਕ ਦੇ ਪੇਜ ਨੰਬਰ 160 160 ਤੇ ਕੰਪਰੀਹੈਂਸ਼ਨ ਕੁਐਸਚਨਸ ਲਿਖੇ ਹੋਏ ਨੇ। ਉਸ ਦੇ ਪਹਿਲੇ ਪਾਰਟ ਦੇ ਵਿੱਚ ਟੋਟਲ 13 ਕੁਐਸਚਨਸ 160 ਪੇਜ ਤੇ ਨੇ ਅਤੇ ਫਿਰ 4 ਕੁਐਸਚਨਸ ਹੋਰ ਨੇ ਜੋ ਕਿ 161 ਨੰਬਰ ਸਫੇ ਤੇ ਨੇ। ਤਾਂ ਇਸ ਤਰੀਕੇ ਦੇ ਨਾਲ ਇਹ ਟੋਟਲ 19 ਕੁਐਸਚਨਸ ਬਣਦੇ ਨੇ। ਇਹ 19 ਕੁਐਸਚਨ ਸਾਰੇ ਦੇ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਅੱਜ ਵਾਲੇ ਵੀਡੀਓ 'ਚ ਆਪਾਂ ਇਹ ਸਾਰੇ ਕੁਐਸਚਨਸ ਕਵਰ ਕਰਾਂਗੇ, ਨਾਲ ਸਮਝਾਂਗੇ ਵੀ। ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਜੋ ਮੈਂ ਵੀਡੀਓਜ਼ ਬਣਾਏ ਨੇ ਇਸੇ ਚੈਪਟਰ ਦੇ ਜਿਸ ਦੇ ਵਿੱਚ ਮੈਂ ਇਸ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕੀਤੀ ਹੈ ਉਹ ਤੁਸੀਂ ਜ਼ਰੂਰ ਦੇਖੀ ਹੋਏਗੀ, ਕਿਉਂਕਿ ਤਾਂ ਹੀ ਤੁਹਾਨੂੰ ਅੱਜ ਵਾਲੇ ਕੁਐਸਚਨਸ ਇਹ ਸਾਰੇ ਕਲੀਅਰ ਹੋ ਸਕਦੇ ਨੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਕੁਐਸਚਨ ਸ਼ੁਰੂ ਕਰਦੇ ਹਾਂ। ਤਾਂ ਸਾਡਾ ਪਹਿਲਾ ਕੁਐਸਚਨ ਹੈ ਕਿ ਵਾਟ ਵਾਸ ਦਾ ਏਜ ਡਿਫਰੈਂਸ ਬਿਟਵੀਨ ਚੰਦੂ ਐਂਡ ਦਾ ਨਰੇਟਰ। ਤਾਂ ਸਾਨੂੰ ਪਤਾ ਹੈ ਕਿ ਇਸ ਚੈਪਟਰ ਦੇ ਰਾਈਟਰ ਹੀ ਨਰੇਟਰ ਨੇ ਮੁਲਕ ਰਾਜ ਆਨੰਦ। ਚੰਦੂ ਉਹਨਾਂ ਦਾ ਫਰੈਂਡ ਹੈ ਬਚਪਨ ਦਾ। ਤਾਂ ਇਹ ਪੁੱਛਿਆ ਗਿਆ ਹੈ ਕਿ ਦੋਨਾਂ ਦੇ ਵਿੱਚ ਉਮਰ ਦਾ ਅੰਤਰ ਕਿੰਨਾ ਸੀ। ਏਜ ਡਿਫਰੈਂਸ, ਉਮਰ ਦਾ ਅੰਤਰ ਕਿੰਨਾ ਸੀ ਚੰਦੂ ਅਤੇ ਨਰੇਟਰ ਦੇ ਵਿਚਕਾਰ। ਤਾਂ ਅਸੀਂ ਬੇਟਾ ਸਟੋਰੀ ਦੇ ਵਿੱਚ ਇਹ ਜਾਣਿਆ ਕਿ ਚੰਦੂ ਸਿਰਫ 6 ਮਹੀਨੇ ਨਰੇਟਰ ਤੋਂ ਵੱਡਾ ਸੀ। ਆਲਮੋਸਟ ਉਹ ਦੋਨੇ ਹਮ ਉਮਰ ਸੀ। ਤਾਂ ਅਸੀਂ ਆਨਸਰ ਲਿਖਾਂਗੇ ਬੜਾ ਸਿੰਪਲ ਜਿਹਾ ਕਿ ਚੰਦੂ ਵਾਜ਼ 6 months older than the narrator, ਕਿ ਚੰਦੂ 6 ਮਹੀਨੇ ਵੱਡਾ ਸੀ ਨਰੇਟਰ ਨਾਲੋਂ, ਲੇਖਕ ਨਾਲੋਂ। ਸੈਕਿੰਡ ਕੁਐਸਚਨ ਹੈ ਜੀ ਕਿ ਵਾਈ ਡਿਡ ਦਾ ਨਰੇਟਰ ਕੰਸੀਡਰ ਚੰਦੂ ਦਾ ਇੰਬੋਡੀਮੈਂਟ ਆਫ ਪਰਫੈਕਸ਼ਨ ਫॉर ਹਿਮ। ਤਾਂ ਸਟੋਰੀ ਜਦੋਂ ਅਸੀਂ ਬੱਚੇ ਉਹ ਕਵਰ ਕੀਤੀ ਸੀ ਤਾਂ ਉਸ ਦੇ ਵਿੱਚ ਇੱਕ ਫਰੇਜ਼ ਆਇਆ ਸੀ ਇੰਬੋਡੀਮੈਂਟ ਆਫ ਪਰਫੈਕਸ਼ਨ। ਤਾਂ ਮੈਂ ਇਹ ਬੜੇ ਡਿਟੇਲ ਦੇ ਵਿੱਚ ਤੁਹਾਨੂੰ ਕਵਰ ਕਰਦੇ ਹੋਏ ਦੱਸਿਆ ਸੀ। ਕੁਐਸਚਨ ਇਸ ਦੇ ਬਾਰੇ ਹੀ ਹੈ ਕਿ ਜਿਹੜਾ ਸਾਡਾ ਲੇਖਕ ਹੈ ਉਹ ਚੰਦੂ ਨੂੰ ਆਪਣੇ ਲਈ ਫॉर ਹਿਮ ਆਪਣੇ ਲਈ ਇੰਬੋਡੀਮੈਂਟ ਆਫ ਪਰਫੈਕਸ਼ਨ ਕਿਉਂ ਮੰਨਦਾ ਸੀ। ਨਾ ਇੰਬੋਡੀਮੈਂਟ ਆਫ ਪਰਫੈਕਸ਼ਨ ਦਾ ਮਤਲਬ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਇੰਬੋਡੀਮੈਂਟ ਦਾ ਆਪਾਂ ਪੰਜਾਬੀ 'ਚ ਮਤਲਬ ਲਿਖ ਸਕਦੇ ਹਾਂ ਬੱਚਿਓ ਸਰੂਪ। ਪੰਜਾਬੀ 'ਚ ਆਪਾਂ ਸ਼ਬਦ ਆਉਂਦਾ ਹੈ ਸਰੂਪ, ਤਾਂ ਉਸ ਨੂੰ ਆਪਾਂ ਇੰਬੋਡੀਮੈਂਟ ਕਹਿੰਦੇ ਹਾਂ ਇੰਗਲਿਸ਼ 'ਚ। ਪਰਫੈਕਸ਼ਨ ਦਾ ਮਤਲਬ ਜੋ ਪੂਰੀ ਤਰ੍ਹਾਂ ਪਰਫੈਕਟ ਹੋਵੇ। ਪਰਫੈਕਸ਼ਨ ਦਾ ਮਤਲਬ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਸੰਪੂਰਨਤਾ। ਸੰਪੂਰਨਤਾ ਦਾ ਮਤਲਬ ਜੋ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਸੰਪੂਰਨ ਹੈ, ਉਸ 'ਚ ਕੋਈ ਕਮੀ ਨਹੀਂ ਹੈ। ਤਾਂ ਪੰਜਾਬੀ 'ਚ ਇਹਦਾ ਮਤਲਬ ਹੋ ਗਿਆ ਕਿ ਸੰਪੂਰਨਤਾ ਦਾ ਸਰੂਪ ਮੰਨਦਾ ਸੀਗਾ ਚੰਦੂ ਨੂੰ ਨਰੇਟਰ। ਕਿਉਂ ਮੰਨਦਾ ਸੀ? ਤਾਂ ਬੱਚਿਓ ਅਸੀਂ ਸਟੋਰੀ ਦੇ ਵਿੱਚ ਪੜ੍ਹਿਆ ਕਿ ਚੰਦੂ ਨੂੰ ਉਹ ਸਾਰੇ ਕੰਮ ਆਉਂਦੇ ਸੀ ਜਿਹੜੇ ਕਿ ਲੇਖਕ ਤੋਂ ਹੁੰਦੇ ਨਹੀਂ ਸੀ। ਜਿਵੇਂ ਕਿ ਕਾਈਟਸ ਉਹ ਬਹੁਤ ਅੱਛੇ ਬਣਾਉਂਦਾ ਸੀ, ਲੇਕਿਨ ਉੱਦਾਂ ਦੇ ਬੈਲੈਂਸ ਵਾਲੇ ਕਾਈਟਸ ਜਾਂ
ਉਸ ਤਰ੍ਹਾਂ ਦੀ ਪਰਫੈਕਸ਼ਨ ਵਾਲੇ ਕਾਈਟਸ ਲੇਖਕ ਖੁਦ ਨਹੀਂ ਸੀ ਬਣਾ ਸਕਦਾ। ਤਾਂ ਉਹਦੇ 'ਚ ਕਮੀਆਂ ਸੀ, ਲੇਖਕ 'ਚ ਖੁਦ 'ਚ ਕਮੀਆਂ ਸੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੇ ਲਈ, ਲੇਕਿਨ ਉਹ ਸਾਰੀਆਂ ਕਮੀਆਂ ਚੰਦੂ ਦੇ ਵਿੱਚ ਨਹੀਂ ਸੀ। ਤਾਂ ਇੱਕ ਤਰ੍ਹਾਂ ਦੀ ਚੰਦੂ ਦੇ ਵਿੱਚ ਪਰਫੈਕਸ਼ਨ ਸੀ, ਇਸੇ ਕਰਕੇ ਲੇਖਕ ਚੰਦੂ ਨੂੰ ਇੰਬੋਡੀਮੈਂਟ ਆਫ ਪਰਫੈਕਸ਼ਨ ਮੰਨਦਾ ਸੀ। ਤਾਂ ਅਸੀਂ ਆਨਸਰ ਇਹ ਲਿਖਾਂਗੇ, ਦ ਨਰੇਟਰ ਕੰਸੀਡਰਡ ਚੰਦੂ ਦ ਇੰਬੋਡੀਮੈਂਟ ਆਫ ਪਰਫੈਕਸ਼ਨ ਬਿਕੋਜ਼ ਚੰਦੂ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ ਆਫ ਇੰਟ੍ਰਿਕੇਟ ਡਿਜ਼ਾਈਨ ਐਂਡ ਬੈਲੈਂਸ। ਤਾਂ ਨਰੇਟਰ ਮੰਨਦਾ ਸੀ, ਕੰਸੀਡਰ ਦਾ ਮਤਲਬ ਮੰਨਦਾ ਸੀ ਚੰਦੂ ਨੂੰ, ਦਾ ਇੰਬੋਡੀਮੈਂਟ ਆਫ ਪਰਫੈਕਸ਼ਨ। ਇੰਬੋਡੀਮੈਂਟ ਆਫ ਪਰਫੈਕਸ਼ਨ ਆਪਾਂ ਉਹੀ ਉੱਪਰ ਵਾਲਾ ਵਰਡ ਸਾਰਾ ਚੱਕਿਆ, ਕਿਉਂਕਿ ਚੰਦੂ ਬਣਾ ਸਕਦਾ ਸੀ ਅਤੇ ਉਡਾ ਸਕਦਾ ਸੀ। ਕੀ ਉਡਾ ਸਕਦਾ ਸੀ? ਪੇਪਰ ਕਾਈਟਸ, ਪੇਪਰ ਦੇ ਕਾਗਜ਼ ਦੇ ਬਣੇ ਹੋਏ ਪਤੰਗ ਉਡਾ ਸਕਦਾ ਸੀ ਅਤੇ ਉਹਨਾਂ ਨੂੰ ਬਣਾ ਵੀ ਸਕਦਾ ਸੀ। ਆਫ ਇੰਟ੍ਰਿਕੇਟ, ਇੰਟ੍ਰਿਕੇਟ ਦਾ ਮਤਲਬ ਹੁੰਦਾ ਹੈ ਜੀ ਕੰਪਲੈਕਸ, ਗੁੰਝਲਦਾਰ। ਮਤਲਬ ਇੱਕ ਸਿੰਪਲ ਪਤੰਗ ਤਾਂ ਕੋਈ ਵੀ ਬਣਾ ਸਕਦਾ, ਲੇਕਿਨ ਚੰਦੂ ਬਹੁਤ ਹੀ ਗੁੰਝਲਦਾਰ ਜੇ ਪਤੰਗ ਬਣਾਉਂਦਾ ਸੀ, ਅਲੱਗ-ਅਲੱਗ ਡਿਜ਼ਾਈਨਸ ਦੇ ਵੀ ਪਤੰਗ ਬਣਾਉਂਦਾ ਸੀ ਅਤੇ ਪੂਰੇ ਬੈਲੈਂਸ ਦੇ ਬਣਾਉਂਦਾ ਸੀ। ਮਤਲਬ ਕਿ ਜਦੋਂ ਉਹਨਾਂ ਨੂੰ ਉਡਾਇਆ ਜਾਂਦਾ ਸੀ ਤਾਂ ਪੂਰੇ ਬੈਲੈਂਸ ਨਾਲ ਉੱਡਦੇ ਸੀ। ਜੇ ਲੇਖਕ ਇਸ ਤਰ੍ਹਾਂ ਦੇ ਪਤੰਗ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਸੀ ਤਾਂ ਉਹਨਾਂ ਪਤੰਗਾਂ ਦੇ ਵਿੱਚ ਉਡਾਉਣ ਵੇਲੇ ਬੈਲੈਂਸ ਨਹੀਂ ਸੀ ਰਹਿੰਦਾ। ਇਸੇ ਕਰਕੇ ਲੇਖਕ ਚੰਦੂ ਨੂੰ ਸੰਪੂਰਨਤਾ ਦਾ ਸਰੂਪ ਜਾਂ ਇੰਬੋਡੀਮੈਂਟ ਆਫ ਪਰਫੈਕਸ਼ਨ ਮੰਨਦਾ ਸੀ। ਨੈਕਸਟ ਕੁਐਸਚਨ ਹੈ ਕਿ ਵਾਈ ਵਾਸ ਚੰਦੂ ਨਾਟ ਗੁੱਡ ਐਟ ਡੂਇੰਗ ਸਮਸ ਐਟ ਸਕੂਲ। ਵਾਈ ਦਾ ਮਤਲਬ ਹੁੰਦਾ ਜੀ ਕਿਉਂ ਚੰਦੂ ਵਧੀਆ ਨਹੀਂ ਸੀ, ਨਾਟ ਗੁੱਡ ਐਟ ਡੂਇੰਗ ਸਮਸ, ਸਵਾਲ ਹੱਲ ਕਰਨ ਦੇ ਲਈ ਸਕੂਲ ਵਿਖੇ। ਪ੍ਰਾਇਮਰੀ ਸਕੂਲ 'ਚ ਦੋਨੇ ਚੰਦੂ ਅਤੇ ਨਰੇਟਰ ਇਕੱਠੇ ਪੜ੍ਹੇ ਨੇ, ਅਸੀਂ ਇਹ ਸਟੋਰੀ ਦੇ ਵਿੱਚ ਦੇਖਿਆ। ਹਾਲਾਂਕਿ ਚੰਦੂ ਬਹੁਤ ਹੀ ਸ਼ਾਰਪ ਮਾਈਂਡਡ ਪਰਸਨ ਸੀਗਾ, ਬਹੁਤ ਹੀ ਇੰਟੈਲੀਜੈਂਟ ਵੀ ਸੀ, ਲੇਕਿਨ ਪੜ੍ਹਾਈ ਦੇ ਵਿੱਚ ਉਹ ਕਮਜ਼ੋਰ ਸੀ ਜਾਂ ਉਹ ਸਵਾਲ ਵਗੈਰਾ ਹੱਲ ਕਿਉਂ ਨਹੀਂ ਸੀ ਕਰ ਪਾਉਂਦਾ। ਤਾਂ ਇਹਦਾ ਆਨਸਰ ਆਪਾਂ ਬੱਚਿਓ ਸਟੋਰੀ ਦੇ ਵਿੱਚ ਦੇਖਿਆ ਕਿ ਕਿਉਂਕਿ ਚੰਦੂ ਨੂੰ ਬਚਪਨ 'ਚ ਹੀ ਉਸਦੇ ਪਿਤਾ ਨੇ ਆਪਣੇ ਪੁਸ਼ਤੈਨੀ ਕੰਮ, ਨਾਈ ਵਾਲੇ ਕੰਮ 'ਚ ਲਗਾ ਦਿੱਤਾ ਸੀ। ਤਾਂ ਉਸਨੇ ਆਪਣੇ ਪਿਤਾ ਦੇ ਨਾਲ ਅਪਰ ਕਾਸਟ ਪੀਪਲ ਦੇ ਘਰੇ ਜਾਣਾ ਸਟਾਰਟ ਕਰਤਾ ਸੀ। ਤਾਂ ਉਸ ਕੋਲ ਉਹਨਾਂ ਟਾਈਮ ਹੀ ਨਹੀਂ ਸੀ ਹੁੰਦਾ ਕਿ ਉਹ ਘਰ ਜਾ ਕੇ ਮਾਸਟਰ ਜੀ ਦੇ ਦਿੱਤੇ ਹੋਏ ਕੰਮ ਨੂੰ ਕਰ ਪਾਉਂਦਾ। ਤਾਂ ਬੱਚੇ ਤੁਹਾਨੂੰ ਪਤਾ ਹੈ ਕਿ ਜਿਹੜੇ ਸਵਾਲ ਨੇ ਉਹ ਤਾਂ ਪ੍ਰੈਕਟਿਸ ਦੇ ਨਾਲ ਹੀ ਆਉਂਦੇ ਨੇ, ਤੇ ਜੇਕਰ ਪ੍ਰੈਕਟਿਸ ਹੀ ਨਾ ਕਰ ਪਾਈਏ ਤਾਂ ਸਵਾਲ ਹੱਲ ਨਹੀਂ ਹੁੰਦੇ। ਇਹੀ ਗੱਲ ਚੰਦੂ ਨਾਲ ਹੋਈ। ਤਾਂ ਅਸੀਂ ਆਨਸਰ ਲਿਖਾਂਗੇ ਕਿ ਚੰਦੂ ਹੈਡ ਟੂ ਵਰਕ ਐਜ਼ ਅ ਬਾਰਬਰ ਐਂਡ ਸੋ ਹੀ ਹੈਡ ਨੋ ਟਾਈਮ ਫॉर ਡੂਇੰਗ ਸਮਸ ਐਟ ਸਕੂਲ। ਤਾਂ ਚੰਦੂ ਨੂੰ ਕੰਮ ਕਰਨਾ ਪਿਆ, ਹੈਡ ਟੂ ਵਰਕ ਦਾ ਮਤਲਬ ਉਸ ਨੂੰ ਕੰਮ ਕਰਨਾ ਪਿਆ ਐਜ਼ ਅ ਬਾਰਬਰ, ਇੱਕ ਨਾਈ ਵਾਲਾ ਕੰਮ ਕਰਨਾ ਪਿਆ। ਇਸ ਕਰਕੇ ਉਸ ਕੋਲੇ ਕੋਈ ਸਮਾਂ ਨਹੀਂ ਸੀ, ਹੈਡ ਨੋ ਟਾਈਮ, ਕਿ ਉਹ ਸਕੂਲ ਵਿਖੇ ਸਵਾਲ ਹੱਲ ਕਰ ਸਕਦਾ। ਫੋਰਥ ਕੁਐਸਚਨ ਹੈ ਜੀ ਕਿ ਵਾਈ ਡਿਡ ਦ ਨਰੇਟਰਸ ਮਦਰ ਕੌਨਸਟੈਂਟਲੀ ਡਿਸਵੇਡ ਹਿਮ ਟੂ ਪਲੇ ਵਿਦ ਚੰਦੂ। ਤਾਂ ਨਰੇਟਰ ਦੀ ਮਾਤਾ ਕਿਉਂ ਬਾਰ-ਬਾਰ ਮਨਾ ਕਰਦੀ ਸੀ? ਡਿਸਵੇਡ ਦਾ ਮਤਲਬ ਮਨਾ ਕਰਨਾ, ਕਿਸ ਨੂੰ? ਨਰੇਟਰ ਨੂੰ, ਲੇਖਕ ਨੂੰ, ਕਿ ਉਹ ਚੰਦੂ ਨਾਲ ਨਾ ਖੇਡੇ। ਤਾਂ ਲੇਖਕ ਦੀ ਮਾਤਾ ਚੰਦੂ ਨਾਲ ਖੇਡਣ ਤੋਂ ਆਪਣੇ ਬੇਟੇ ਨੂੰ ਮਨਾ ਕਿਉਂ ਕਰਦੀ ਸੀ? ਨਰੇਟਰ ਨੂੰ ਮਨਾ ਬਾਰ-ਬਾਰ ਕਿਉਂ ਕਰਦੀ ਸੀ? ਤਾਂ ਸਟੂਡੈਂਟਸ ਅਸੀਂ ਸਟੋਰੀ ਦੇ ਵਿੱਚ ਪੜ੍ਹਿਆ ਕਿ ਦੋਵੇਂ ਬਹੁਤ ਅੱਛੇ ਫਰੈਂਡਸ ਤਾਂ ਜ਼ਰੂਰ ਸੀ, ਲੇਕਿਨ ਪੂਰੇ ਪਿੰਡ ਨੂੰ, ਖਾਸ ਕਰਕੇ ਅਪਰ ਕਾਸਟ ਵਾਲੇ ਲੋਕਾਂ ਨੂੰ ਉਹ ਦੋਵੇਂ ਚੰਗੇ ਨਹੀਂ ਸੀ ਲੱਗਦੇ ਕਿ ਇਹ ਇੱਕ ਪੰਡਤਾਂ ਦਾ ਮੁੰਡਾ ਨਾਈਆਂ ਦੇ ਮੁੰਡੇ ਨਾਲ ਫਿਰੀ ਜਾਂਦਾ। ਇਹੀ ਗੱਲ ਲੇਖਕ ਦੀ ਮਾਤਾ ਦੇ ਵਿੱਚ ਵੀ ਸੀ, ਕਿਉਂਕਿ ਉਹ ਆਪਣੇ ਆਪ ਨੂੰ ਉੱਚੀ ਜਾਤ ਦਾ ਮੰਨਦੀ ਸੀ ਅਤੇ ਚੰਦੂ ਨੂੰ ਉਹ ਨੀਵੀਂ ਜਾਤ ਦਾ ਮੁੰਡਾ ਮੰਨਦੀ ਸੀ। ਇਸੇ ਕਰਕੇ ਉਹ ਚੰਗਾ ਨਹੀਂ ਸੀ ਸਮਝਦੀ ਕਿ ਉਸਦਾ ਮੁੰਡਾ ਨਾਈਆਂ ਦੇ ਮੁੰਡੇ ਨਾਲ ਫਿਰੇ। ਤਾਂ ਅਸੀਂ ਆਨਸਰ ਲਿਖਾਂਗੇ, ਦ ਨਰੇਟਰਸ ਮਦਰ ਡਿਸਵੇਡ ਹਿਮ ਟੂ ਪਲੇ ਵਿਦ ਚੰਦੂ ਬਿਕੋਜ਼ ਚੰਦੂ ਵਾਜ਼ ਅ ਲੋ ਕਾਸਟ ਬਾਰਬਰ ਸਨ। ਤਾਂ ਨਰੇਟਰ ਦੀ ਮਾਂ ਮਨਾ ਕਰਦੀ ਸੀ ਲੇਖਕ ਨੂੰ ਕਿ ਉਹ ਚੰਦੂ ਨਾਲ ਨਾ ਖੇਡੇ, ਕਿਉਂਕਿ ਚੰਦੂ ਇੱਕ ਨੀਵੀਂ ਜਾਤ ਵਾਲੇ ਨਾਈ ਦਾ ਮੁੰਡਾ ਸੀ। ਫਿਫਥ ਕੁਐਸਚਨ ਹੈ ਜੀ ਕਿ ਵਾਟ ਡਜ਼ ਦ ਨਰੇਟਰ ਟੈਲ ਅਸ ਅਬਾਊਟ ਚੰਦੂਜ਼ ਡਰੈਸ। ਤਾਂ ਸਾਨੂੰ ਤਾਂ ਬੱਚਿਓ ਪਤਾ ਹੈ ਕਿ ਚੰਦੂ ਬਹੁਤ ਹੀ ਗਰੀਬ ਪਰਿਵਾਰ ਚੋਂ ਸੀ ਤੇ ਉਸ ਕੋਲੇ ਕੱਪੜੇ ਆਪਣੇ ਕੋਲੇ ਪਾਉਣ ਲਈ ਨਹੀਂ ਸੀ। ਇਵਨ ਕਿ ਉਹਨਾਂ ਦਾ ਤਾਂ ਘਰ ਵੀ ਤੁਹਾਨੂੰ ਪਤਾ ਦੱਸਿਆ ਕਿ ਜਿਵੇਂ ਇੱਕ ਭੇਡਾਂ ਦਾ ਵਾੜਾ ਹੁੰਦਾ, ਆਪਾਂ ਸ਼ੈੱਡ ਜਿਹਾ ਬਣਾ ਦਿੰਦੇ ਆ ਐਨੀਮਲਸ ਲਈ, ਤਾਂ ਉੱਥੇ ਆਪਣੀ ਮਾਂ ਨਾਲ ਰਹਿੰਦਾ ਸੀ। ਤਾਂ ਉਸ ਦੀ ਡਰੈਸ ਬਾਰੇ ਕੁਐਸਚਨ ਹੈ ਕਿ ਲੇਖਕ ਸਾਨੂੰ ਚੰਦੂ ਦੀ ਡਰੈਸ ਬਾਰੇ ਕੀ ਦੱਸਦਾ ਹੈ। ਆਨਸਰ ਹੈ ਜੀ ਕਿ ਚੰਦੂ ਯੂਜ਼ ਟੂ ਵੀਅਰ ਖਾਕੀ ਸ਼ਾਰਟਸ, ਅ ਵੈਲਵੇਟ ਵੇਸਟਕੋਟ ਐਂਡ ਅ ਰਾਊਂਡ ਕੈਪ। ਤਾਂ ਚੰਦੂ ਇੱਕ ਖਾਕੀ ਸ਼ਾਰਟ ਪਹਿਨਦਾ ਸੀ ਜੀ, ਸ਼ਾਰਟ ਦਾ ਮਤਲਬ ਨਿੱਕਰ, ਖਾਕੀ ਕਲਰ ਦੀ ਸੀਗੀ ਜੀ ਉਹ, ਅਤੇ ਇੱਕ ਵੈਲਵੇਟ ਵੇਸਟਕੋਟ ਉਹ ਪਹਿਨਦਾ ਸੀ, ਜਾਮਣੀ ਜਿਹੇ ਰੰਗ ਦਾ ਕੋਟ ਪਹਿਨਦਾ ਸੀ ਅਤੇ ਉਸ ਕੋਲ ਇੱਕ ਗੋਲ ਟੋਪੀ ਸੀ। ਇਹ ਚੀਜ਼ਾਂ ਉਹ ਪਾ ਕੇ ਰੱਖਦਾ ਸੀ। ਤੇ ਸਟੂਡੈਂਟ ਸਾਨੂੰ ਚੈਪਟਰ ਪੜ੍ਹ ਕੇ ਇਹ ਵੀ ਪਤਾ ਚੱਲਿਆ ਕਿ ਜਿਹੜੀ ਇਹ ਖਾਕੀ ਸ਼ਾਰਟ, ਖਾਕੀ ਨਿੱਕਰ ਪਾਉਂਦਾ ਸੀ ਚੰਦੂ, ਇਹ ਪਿੰਡ ਦੇ ਰਿਟਾਇਰਡ ਸੂਬੇਦਾਰ ਨੇ ਉਸ ਨੂੰ ਦਿੱਤੀ ਹੋਈ ਸੀ। ਤੇ ਇਸੇ ਤਰ੍ਹਾਂ ਜਿਹੜੀ ਉਹ ਟੋਪੀ ਪਾਉਂਦਾ ਸੀ ਰਾਊਂਡ ਕੈਪ, ਉਹ ਪਿੰਡ ਦੇ ਵਕੀਲ ਲਾਲਾ ਹੁਕਮ ਚੰਦ ਨੇ ਉਸ ਨੂੰ ਦਿੱਤੀ ਸੀ। ਤਾਂ ਸਿਕਸਥ ਕੁਐਸਚਨ ਹੈ ਜੀ ਕਿ ਵਾਟ ਡਿਡ ਚੰਦੂ ਟੈਲ ਦ ਨਰੇਟਰ ਅਬਾਊਟ ਕਾਲਨ ਖਾਨਸ ਅਪੀਅਰੈਂਸ। ਤਾਂ ਚੰਦੂ ਨੇ ਨਰੇਟਰ ਨੂੰ ਕਾਲਨ ਖਾਨ ਕਿਸ ਤਰ੍ਹਾਂ ਦਾ ਹੈ, ਤਾਂ ਇਸ ਦੇ ਬਾਰੇ ਉਸਨੇ ਕੀ ਦੱਸਿਆ। ਤਾਂ ਬੱਚਿਓ ਤੁਹਾਨੂੰ ਪਤਾ ਹੈ ਕਿ ਕਾਲਨ ਖਾਨ ਸ਼ਹਿਰ ਦੇ ਵਿੱਚ ਇੱਕ ਡੈਂਟਿਸਟ ਸੀ
ਤੇ ਚੰਦੂ ਵੀ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਡਾਕਟਰ ਹੀ ਸਮਝਦਾ ਸੀ ਤੇ ਚੰਦੂ ਨੂੰ ਕਾਲਨ ਖਾਨ ਬਹੁਤ ਹੀ ਵਧੀਆ ਲੱਗਦਾ ਸੀ। ਉਹ ਬਾਰ-ਬਾਰ ਆ ਕੇ ਨਰੇਟਰ ਨੂੰ ਕਾਲਨ ਖਾਨ ਬਾਰੇ ਗੱਲਾਂ ਦੱਸਦਾ ਕਿ ਉਹ ਇਸ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ, ਐਵੇਂ ਕਰਦਾ ਹੈ, ਇਹ ਕਰਦਾ ਹੈ, ਤੇ ਉਹਦੀ ਵੀ ਦਿਲੀ ਇੱਛਾ ਸੀ ਚੰਦੂ ਦੀ ਕਿ ਉਹ ਵੀ ਡਾਕਟਰਾਂ ਵਰਗੇ ਕੱਪੜੇ ਪਾਵੇ, ਕਿਉਂਕਿ ਉਸਨੂੰ ਐਂ ਲੱਗਦਾ ਸੀ ਕਿ ਕਾਲਨ ਖਾਨ ਵਾਂਗੂ ਮੈਂ ਵੀ ਲੋਕਾਂ ਦੇ ਚਿਹਰੇ ਦਾ ਪਿੰਪਲਸ ਦਾ ਇਲਾਜ ਕਰਦਾ। ਤਾਂ ਆਨਸਰ ਹੈ ਜੀ ਕਿ ਕਾਲਨ ਖਾਨ ਵਾਜ਼ ਅ ਡੈਂਟਿਸਟ। ਕਾਲਨ ਖਾਨ ਇੱਕ ਡੈਂਟਿਸਟ ਸੀ। ਡੈਂਟਿਸਟ ਦਾ ਮਤਲਬ ਦੰਦਾਂ ਦਾ ਡਾਕਟਰ ਹੁੰਦਾ ਹੈ ਜੀ। ਹੀ ਵਾਜ਼ ਅ ਯੰਗ ਮੈਨ ਵਿਦ ਪਾਰਟਿਡ ਹੈਅਰ ਡਰੈਸਡ ਇਨ ਅ ਸ਼ਰਟ, ਬਲੈਕ ਕੋਟ ਐਂਡ ਅ ਰਬਰ ਕੋਟ। ਤਾਂ ਉਹ ਯੰਗ ਮੈਨ ਸੀ ਜੀ, ਨੌਜਵਾਨ ਬੰਦਾ ਸੀ ਕਾਲਨ ਖਾਨ, ਜਿਸ ਦੇ ਵਾਲ ਥੋੜ੍ਹੇ ਜਿਹੇ ਵਿਖਰੇ ਹੋਏ ਸੀਗੇ, ਤੇ ਉਸਨੇ ਹਮੇਸ਼ਾ ਇੱਕ ਸ਼ਰਟ ਪਾਈ ਹੁੰਦੀ ਸੀ, ਬਲੈਕ ਕੋਟ ਪਾਇਆ ਹੁੰਦਾ ਸੀ, ਕਾਲੇ ਰੰਗ ਦਾ ਕੋਟ ਪਾਇਆ ਹੁੰਦਾ ਸੀ, ਤੇ ਉਸਦੇ ਉੱਪਰ ਡਾਕਟਰਾਂ ਵਾਲਾ ਜਿਹੜਾ ਰਬਰ ਕੋਟ ਹੁੰਦਾ ਹੈ ਉਹ ਪਾ ਰੱਖਿਆ ਹੁੰਦਾ ਸੀ। ਤਾਂ ਤੁਹਾਨੂੰ ਇਹ ਵੀ ਪਤਾ ਬੱਚਿਓ, ਚੰਦੂ ਨੇ ਇੱਕ ਵਾਰੀ ਫਿਰ ਆਪਣੀ ਦਿਲ ਦੀ ਇੱਛਾ ਪੂਰੀ ਕਰ ਲਈ ਸੀ ਤੇ ਉਸਨੇ ਕਾਲਨ ਖਾਨ ਵਰਗੇ ਕੱਪੜੇ ਪਾ ਲਏ ਸੀ, ਤੇ ਉਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ ਪਿੰਡ ਦੇ ਵਿੱਚ। 7th ਕੁਐਸਚਨ ਹੈ ਜੀ ਕਿ ਵਾਈ ਡਿਡ ਬਿਜਾਏ ਚੰਦ ਦਾ ਲੈਂਡਲੋਰਡ ਟਰਨ ਚੰਦੂ ਆਊਟ ਆਫ ਹਿਸ ਹਾਊਸ। ਕਿਉਂ ਬਿਜਾਏ ਚੰਦ, ਜੋ ਕਿ ਪਿੰਡ ਦਾ ਜ਼ਮੀਂਦਾਰ ਹੈ, ਲੈਂਡਲੋਰਡ ਹੈ, ਉਸਨੇ ਚੰਦੂ ਨੂੰ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ ਸੀ। ਵਾਈ ਦਾ ਮਤਲਬ ਕਿਉਂ, ਇਹ ਕਿਉਂ ਕੀਤਾ। ਤਾਂ ਸਟੂਡੈਂਟ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਸ ਦਿਨ ਚੰਦੂ ਨੇ ਡਾਕਟਰਾਂ ਵਰਗੇ ਕੱਪੜੇ ਪਾਏ, ਜੋ ਕਿ ਉਸਦੀ ਦਿਲੀ ਇੱਛਾ ਸੀ, ਬੜੀ ਦੇਰ ਤੋਂ ਸੀ, ਤੇ ਲੇਖਕ ਨੇ ਵੀ ਉਸ ਨੂੰ ਉਤਸ਼ਾਹਿਤ ਕੀਤਾ ਸੀ ਕਿ ਹਾਂ ਤੈਨੂੰ ਡਾਕਟਰਾਂ ਵਰਗੇ ਕੱਪੜੇ ਪਾਣੇ ਚਾਹੀਦੇ ਨੇ। ਤਾਂ ਉਸ ਦਿਨ ਉਸਨੇ ਡਾਕਟਰਾਂ ਵਰਗੇ ਕੱਪੜੇ ਪਾਏ ਹੋਏ ਸੀ ਤੇ ਉਸ ਦੇ ਹੱਥ ਵਿੱਚ ਇੱਕ ਲੈਦਰ ਬੈਗ ਸੀ, ਤੇ ਤੁਹਾਨੂੰ ਪਤਾ ਹੈ ਸਵੇਰੇ ਸਵੇਰੇ ਉਹ ਰੋਜ਼ ਅਪਰ ਕਾਸਟ ਪੀਪਲ ਦੇ ਘਰੇ ਜਾ ਕੇ ਉਹਨਾਂ ਦੀ ਸ਼ੇਵ ਕਰਨ ਜਾਂਦਾ ਸੀ, ਤੇ ਉਸ ਦਿਨ ਉਹ ਰੋਜ਼ਮਰਾ ਦੀ ਤਰ੍ਹਾਂ ਬਿਜਾਏ ਚੰਦ ਦੇ ਘਰ ਗਿਆ, ਜੋ ਕਿ ਪਿੰਡ ਦਾ ਜ਼ਮੀਂਦਾਰ ਹੈ, ਲੇਕਿਨ ਉਸਨੇ ਉਸ ਨੂੰ ਘਰ ਤੋਂ ਬਾਹਰ ਕੱਢਤਾ। ਆਪਾਂ ਆਨਸਰ ਲਿਖਾਂਗੇ ਕਿ ਬਿਜਾਏ ਚੰਦ ਦਾ ਲੈਂਡਲੋਰਡ ਟਰਨਡ ਚੰਦੂ ਆਊਟ ਆਫ ਹਿਸ ਹਾਊਸ ਬਿਕੋਜ਼ ਚੰਦੂ ਵਾਜ਼ ਡਿਫਾਈਲਿੰਗ ਹਿਸ ਹਾਊਸ ਵਿਦ ਅ ਲੈਦਰ ਬੈਗ ਆਫ ਕਾਊ ਹਾਈਟ। ਤਾਂ ਬਿਜਾਏ ਚੰਦ ਜੋ ਕਿ ਲੈਂਡਲੋਰਡ ਹੈ ਜੀ, ਜ਼ਮੀਂਦਾਰ ਹੈ ਪਿੰਡ ਦਾ, ਉਸਨੇ ਚੰਦੂ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ। ਨਾ ਟਰਨਡ ਆਊਟ ਆਫ ਹਿਸ ਹਾਊਸ ਦਾ ਮਤਲਬ ਆਪਣੇ ਘਰ ਤੋਂ ਬਾਹਰ ਕੱਢਣਾ, ਕਿਉਂਕਿ ਚੰਦੂ ਉਸਦੇ ਘਰ ਨੂੰ ਅਪਵਿੱਤਰ ਕਰ ਰਿਹਾ ਸੀ। ਨਾ ਡਿਫਾਈਲ ਦਾ ਮਤਲਬ ਹੁੰਦਾ ਜੀ ਅਪਵਿੱਤਰ ਕਰਨਾ। ਕਿਵੇਂ? ਕਿਉਂਕਿ ਉਸਨੇ ਹੱਥ ਦੇ ਵਿੱਚ ਇੱਕ ਲੈਦਰ ਬੈਗ ਪਕੜਿਆ ਹੋਇਆ ਸੀ, ਇੱਕ ਚਮੜੇ ਦਾ ਬਣਿਆ ਹੋਇਆ ਬੈਗ ਪਕੜਿਆ ਹੋਇਆ ਸੀ, ਜੋ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕਾਓ ਹਾਈਟ ਦਾ ਬਣਿਆ ਹੋਇਆ। ਕਾਓ ਹਾਈਟ ਦਾ ਮਤਲਬ ਗਾਂ ਦੀ ਚਮੜੀ ਦਾ ਬਣਿਆ ਹੋਇਆ ਹੈ। ਕਿਉਂਕਿ ਬਿਜਾਏ ਚੰਦ ਖੁਦ ਪੰਡਤ ਸੀ, ਇਸ ਕਰਕੇ ਉਸ ਨੂੰ ਲੱਗਿਆ ਕਿ ਇਹ ਗਾਂ ਦੀ ਚਮੜੀ ਦਾ ਬਣਿਆ ਹੋਇਆ ਬੈਗ ਮੇਰੇ ਘਰੇ ਲਿਆਇਆ, ਮੈਂ ਤਾਂ ਬਹੁਤ ਜ਼ਿਆਦਾ ਧਾਰਮਿਕ ਹੈ, ਇਹਨੇ ਮੇਰਾ ਘਰ ਹੀ ਅਪਵਿੱਤਰ ਕਰਤਾ, ਮੇਰਾ ਧਰਮ ਅਪਵਿੱਤਰ ਕਰ ਰਿਹਾ ਹੈ। ਤਾਂ ਇਸ ਕਰਕੇ ਬਿਜਾਏ ਚੰਦ ਨੇ ਚੰਦੂ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ। 8th ਕੁਐਸਚਨ ਹੈ ਜੀ ਕਿ ਵਾਟ ਡਿਡ ਦਾ ਸ਼ਾਹੂਕਾਰ ਥਿੰਕ ਅਬਾਊਟ ਚੰਦੂਜ਼ ਵੇਅਰਿੰਗ ਕਲੋਥਸ ਲਾਈਕ ਅ ਡਾਕਟਰ। ਤਾਂ ਇਹ ਕੁਐਸਚਨ ਵੀ ਉਸੇ ਘਟਨਾ ਦੇ ਨਾਲ ਹੀ ਜੁੜਿਆ ਹੋਇਆ ਹੈ ਜਿਸ ਦਿਨ ਚੰਦੂ ਨੇ ਡਾਕਟਰਾਂ ਵਰਗੇ ਕੱਪੜੇ ਪਹਿਨੇ ਹੋਏ ਸੀ। ਤਾਂ ਪਿੰਡ 'ਚ ਇੱਕ ਸ਼ਾਹੂਕਾਰ ਵੀ ਸੀ ਜੀ। ਤਾਂ ਜਦੋਂ ਬਿਜਾਏ ਚੰਦ ਨੇ ਚੰਦੂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਫਿਰ ਇਹ ਸ਼ਾਹੂਕਾਰ ਦੇ ਘਰ ਗਿਆ ਸੀ, ਕਿਉਂਕਿ ਉਸ ਦੀ ਵੀ ਸ਼ੇਵ ਕਰਨ ਜਾਂਦਾ ਸੀ। ਤਾਂ ਸ਼ਾਹੂਕਾਰ ਨੇ ਕੀ ਸੋਚਿਆ? What did the ਸ਼ਾਹੂਕਾਰ think about ਚੰਦੂਜ਼ wearing clothes ਦਾ ਮਤਲਬ ਕਿ ਸ਼ਾਹੂਕਾਰ ਚੰਦੂ ਦੇ ਜੋ ਪਹਿਨੇ ਹੋਏ ਕੱਪੜੇ ਸੀ ਡਾਕਟਰਾਂ ਵਰਗੇ, ਉਹਨਾਂ ਦੇ ਬਾਰੇ ਸ਼ਾਹੂਕਾਰ ਕੀ ਸੋਚ ਰਿਹਾ ਸੀ ਵੀ ਇਹਨੇ ਕਿੱਦਾਂ ਦੇ ਕੱਪੜੇ ਪਹਿਨੇ ਨੇ। ਆਨਸਰ ਹੈ ਜੀ ਦਾ ਸ਼ਾਹੂਕਾਰ thought that ਚੰਦੂ was like a clown wearing the defiled clothes of the doctors। ਤਾਂ ਸ਼ਾਹੂਕਾਰ ਨੇ ਇਹ ਸੋਚਿਆ ਕਿ ਚੰਦੂ ਤਾਂ ਇੱਕ ਜੋਕਰ ਲੱਗ ਰਿਹਾ ਹੈ। ਨਾ ਕਲਾਊਨ ਦਾ ਮਤਲਬ ਹੁੰਦਾ ਜੀ ਜੋਕਰ, ਉਹ ਤਾਂ ਜੋਕਰ ਲੱਗ ਰਿਹਾ ਹੈ। ਤੇ ਉਸਨੇ ਜਿਹੜੇ ਕੱਪੜੇ ਪਹਿਨੇ ਹੋਏ ਨੇ ਇਹ ਡਿਫਾਈਲਡ ਕਲੋਥਸ ਨੇ, ਮਤਲਬ ਕਿ ਯੂਜ਼ ਕੀਤੇ ਹੋਏ ਡਾਕਟਰਾਂ ਦੇ ਕੱਪੜੇ ਨੇ। ਡਿਫਾਈਲਡ ਦਾ ਮਤਲਬ ਖਰਾਬ ਕੱਪੜੇ ਨੇ ਜਿਹੜੇ ਕਿ ਡਾਕਟਰਾਂ ਨੇ ਪਹਿਨੇ ਹੁੰਦੇ ਨੇ। ਇਹ ਕਿਸੇ ਹਸਪੀਟਲ 'ਚ ਜਾ ਕੇ ਇਹ ਸ਼ਹਿਰੋਂ ਚੱਕ ਲਿਆਇਆ ਕੱਪੜੇ ਡਾਕਟਰਾਂ ਦੇ ਪਹਿਨੇ ਹੋਏ, ਤੇ ਖਰਾਬ ਯੂਜ਼ ਕੀਤੇ ਹੋਏ ਕੱਪੜੇ ਇਹ ਪਹਿਨ ਕੇ ਸਾਡੇ ਘਰਾਂ 'ਚ ਫਿਰ ਰਹੇ ਹੈ, ਇਹ ਕਲਾਊਨ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ। ਇਹ ਗੱਲਾਂ ਸ਼ਾਹੂਕਾਰ ਨੇ ਕਹੀਆਂ ਸੀ। 9th ਕੁਐਸਚਨ ਹੈ ਕਿ ਵਾਈ ਹੈਡ ਦਾ ਲੈਂਡਲੋਰਡ ਸਮਨਡ ਪੰਡਿਤ ਪਰਮਾਨੰਦ। ਤਾਂ ਪਿੰਡ ਦੇ ਵਿੱਚ ਇੱਕ ਹੋਰ ਕਰੈਕਟਰ ਹੈ ਜੀ ਜੋ ਹੈ ਪੰਡਿਤ ਪਰਮਾਨੰਦ। ਇਹ ਪੁਜਾਰੀ ਹੈ ਜੀ ਪਿੰਡ ਦਾ, ਤੇ ਇਹ ਮੰਦਿਰ 'ਚ ਰਹਿੰਦਾ। ਤੇ ਲੈਂਡਲੋਰਡ ਉਹੀ ਬਿਜਾਏ ਚੰਦ ਨੇ ਕਿਉਂ ਪੰਡਿਤ ਪਰਮਾਨੰਦ ਨੂੰ ਬੁਲਾਵਾ ਭੇਜਿਆ ਸੀ ਆਪਣੇ ਘਰੇ। ਸਮਨ ਦਾ ਮਤਲਬ ਹੁੰਦਾ ਜੀ ਬੁਲਾਵਾ ਭੇਜਣਾ। ਤਾਂ ਸਟੂਡੈਂਟਸ ਤੁਹਾਨੂੰ ਪਤਾ ਹੋਣਾ ਕਿ ਜਦੋਂ ਸ਼ਾਹੂਕਾਰ ਨੇ ਵੀ ਡਾਂਟਿਆ, ਬਹੁਤ ਜ਼ਿਆਦਾ ਗਾਲਾਂ ਕੱਢੀਆਂ ਚੰਦੂ ਨੂੰ ਉਹਦੇ ਕੱਪੜਿਆਂ ਕਰਕੇ, ਡਾਕਟਰ ਵਾਲੇ ਕੱਪੜਿਆਂ ਕਰਕੇ, ਤਾਂ ਫਿਰ ਪਿੱਛੋਂ ਦੀ ਆਵਾਜ਼ ਦਿੱਤੀ ਸੀਗੀ ਨਰੇਟਰ ਨੇ ਕਿ ਤੂੰ ਪੰਡਿਤ ਪਰਮਾਨੰਦ ਕੋਲ ਜਾ। ਪੰਡਿਤ ਪਰਮਾਨੰਦ ਪਹਿਲਾਂ ਹੀ ਬਿਜਾਏ ਚੰਦ ਦੇ ਘਰੇ ਆਇਆ ਹੋਇਆ ਸੀ। ਕਿਉਂ ਆਇਆ ਸੀ? ਉਹ ਇਸ ਕਰਕੇ ਆਇਆ ਸੀ ਕਿਉਂਕਿ ਬਿਜਾਏ ਚੰਦ ਨੇ ਪੰਡਿਤ ਪਰਮਾਨੰਦ ਨੂੰ ਬੁਲਾ ਲਿਆ ਸੀ ਆਪਣੇ ਘਰੇ ਕਿ ਅੱਜ ਚੰਦੂ ਦੇਖੋ ਕੀ ਬਣਿਆ ਫਿਰਦਾ, ਇਹਨੇ ਇਹ ਅਪਵਿੱਤਰ ਕੱਪੜੇ ਪਾ ਰੱਖੇ ਨੇ, ਅਪਵਿੱਤਰ ਚੀਜ਼ਾਂ ਚੱਕ ਰੱਖੀਆਂ ਨੇ, ਵੀ ਇਹਦਾ ਆਪਾਂ ਨੂੰ ਕੋਈ ਹੱਲ ਕਰਨਾ ਪਊ। ਆਪਾਂ ਆਨਸਰ ਲਿਖਾਂਗੇ ਦਾ ਲੈਂਡਲੋਰਡ ਹੈਡ ਸਮਨਡ ਪੰਡਿਤ ਪਰਮਾਨੰਦ ਟੂ ਡਿਸਕਸ ਦਾ ਅਨਹੋਲੀ ਐਮਰਜੈਂਸੀ ਕ੍ਰੀਏਟਡ ਬਾय ਚੰਦੂ। ਤਾਂ ਲੈਂਡਲੋਰਡ ਬਿਜਾਏ ਚੰਦ ਨੇ ਬੁਲਾਵਾ ਭੇਜਿਆ ਸੀ ਪੰਡਿਤ ਪਰਮਾਨੰਦ ਨੂੰ ਇਹ ਡਿਸਕਸ ਕਰਨ ਦੇ ਲਈ, ਇਹ ਵਿਚਾਰ ਵਟਾਂਦਰਾ ਕਰਨ ਦੇ ਲਈ ਕਿ ਦੇਖੋ ਕਿੰਨੀ ਅਪਵਿੱਤਰ ਘਟਨਾ ਕਰ ਦਿੱਤੀ ਹੈ ਚੰਦੂ ਨੇ ਕਿੰਨੀ ਹੀ ਭੈੜੀ ਗੱਲ ਕੀਤੀ ਹੈ ਅੱਜ। ਤਾਂ ਉਸ ਬਾਰੇ
ਵਿਚਾਰ ਵਟਾਂਦਰਾ ਕਰਨ ਦੇ ਲਈ ਪੰਡਿਤ ਪਰਮਾਨੰਦ ਨੂੰ ਵਿਜੈ ਚੰਦ ਨੇ ਆਪਣੇ ਘਰ ਬੁਲਾਇਆ ਸੀ। 10ਵਾਂ ਕੁਐਸਚਨ ਕਾਫੀ ਇੰਪੋਰਟੈਂਟ ਹੈ ਜੀ, ਇਹ ਹੈ ਕਿ ਵਟ ਟਾਈਪ ਆਫ ਵੂਮਨ ਵਾਸ ਚੰਦੂਜ਼ ਮਦਰ। ਚੰਦੂ ਦੇ ਪਰਿਵਾਰ ਦੇ ਵਿੱਚ 3 ਜਣੇ ਸੀ, ਚੰਦੂ ਦੇ ਫਾਦਰ, ਉਸ ਦੀ ਮਾਤਾ ਤੇ ਆਪ। ਫਾਦਰ ਦੀ ਡੈਥ ਜਦੋਂ ਚੰਦੂ ਛੋਟਾ ਸੀ ਉਹਦੀ ਹੋ ਗਈ ਸੀ, ਇਸੇ ਕਰਕੇ ਹੁਣ ਚੰਦੂ ਨੂੰ ਸਾਰੇ ਆਪਣੇ ਪਿਤਾ ਵਾਲੇ ਪੁਸ਼ਤੈਨੀ ਕੰਮ ਕਰਨੇ ਪੈ ਰਹੇ ਸੀ। ਤਾਂ ਚੰਦੂ ਦੀ ਮਾਂ ਬਾਰੇ ਇਹ ਕੁਐਸਚਨ ਹੈ ਕਿ ਉਹ ਕਿਸ ਤਰ੍ਹਾਂ ਦੀ ਵਿਮਨ ਸੀ, ਕਿਸ ਤਰ੍ਹਾਂ ਦੀ ਔਰਤ ਸੀ। ਸ਼ੀ ਵਾਜ਼ ਐਨ ਇਲ ਟੈਂਪਰਡ ਓਲਡ ਵੂਮਨ, ਤਾਂ ਉਹ ਇੱਕ ਝਗੜਾਲੂ ਕਿਸਮ ਦੀ ਬੁੱਢੀ ਔਰਤ ਸੀ। ਇਲ ਟੈਂਪਰਡ ਦਾ ਮਤਲਬ ਹੁੰਦਾ ਜੀ ਝਗੜਾਲੂ। ਬਟ ਸ਼ੀ ਵਾਜ਼ ਵੈਰੀ ਕਾਈਂਡ ਟੂ ਦਾ ਨਰੇਟਰ, ਪਰ ਉਹ ਨਰੇਟਰ ਪ੍ਰਤੀ ਬੜੀ ਦਿਆਲੂ ਸੀ, ਲੇਖਕ ਪ੍ਰਤੀ ਬੜੀ ਦਿਆਲੂ ਸੀ। ਸ਼ੀ ਡੇਅਰ ਟੂ ਸਪੀਕ ਟੂ ਦੀ ਅਪਰ ਕਾਸਟ ਪੀਪਲ ਫਰੈਂਕਲੀ, ਉਹ ਉੱਚੀ ਜਾਤੀ ਵਾਲੇ ਲੋਕਾਂ ਦੇ ਸਾਹਮਣੇ ਪੂਰੀ ਨਿਡਰਤਾ ਦੇ ਨਾਲ ਅਤੇ ਪੂਰੀ ਫਰੈਂਕ ਹੋ ਕੇ, ਮੂੰਹ ਫੱਟ ਹੋ ਕੇ ਗੱਲਾਂ ਕਰਦੀ ਸੀ, ਮਤਲਬ ਉਹਨਾਂ ਨੂੰ ਖਰੀਆਂ ਸੁਣਾਉਂਦੀ ਸੀ। ਯਾਦ ਕਰੋ ਬੱਚਿਓ, ਜਦੋਂ ਚੰਦੂ ਨੇ ਸਟ੍ਰਾਈਕ ਕਰਤੀ ਸੀ ਤੇ ਉਸ ਤੋਂ ਬਾਅਦ ਸ਼ਿਕਾਇਤ ਲੈ ਕੇ ਪਿੰਡ ਦੇ ਜਿਹੜੇ ਅਪਰ ਕਾਸਟ ਵਾਲੇ ਲੋਕ ਸੀਗੇ ਉਹ ਉਹਦੀ ਮਾਂ ਕੋਲ ਆਏ ਸੀ ਵੀ ਤੂੰ ਆਪਣੇ ਪੁੱਤ ਨੂੰ ਸਮਝਾ। ਉਹਨੇ ਫਿਰ ਉਹਨਾਂ ਨੂੰ ਚੰਗੀਆਂ ਝਾੜਾਂ ਦਿੱਤੀਆਂ, ਕਹਿੰਦੇ ਮੇਰਾ ਪੁੱਤ ਤਾਂ ਐਂ ਕਰੂ ਜਿਹੜਾ ਤੁਹਾਡੇ ਤੋਂ ਜ਼ੋਰ ਲੱਗਦਾ ਲਾ ਲਓ। ਤਾਂ ਇਹ ਸਾਰੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਚੰਦੂ ਦੀ ਮਾਂ ਹੈ ਉਹ ਬਹੁਤ ਹੀ ਮੂੰਹ ਫੱਟ ਕਿਸਮ ਦੀ ਔਰਤ ਸੀ। ਜੋ ਉਹਦੇ ਮਨ 'ਚ ਹੁੰਦਾ ਸੀ ਉਹ ਬੋਲ ਦਿੰਦੀ ਸੀ ਤੇ ਪਰਵਾਹ ਨਹੀਂ ਸੀ ਕਰਦੀ ਕਿ ਕੌਣ ਮੇਰੇ ਅੱਗੇ ਉੱਚੀ ਜਾਤ ਵਾਲਾ ਖੜਾ ਜਾਂ ਨਹੀਂ ਖੜਾ। ਝਗੜਾਲੂ ਕਿਸਮ ਦੀ ਸੀ, ਲੇਕਿਨ ਉਸਦੀ ਇੱਕ ਕੁਆਲਿਟੀ ਜ਼ਰੂਰ ਸੀ ਕਿ ਉਹ ਆਪਣੇ ਬੇਟੇ ਨੂੰ ਤੇ ਨਰੇਟਰ ਨੂੰ ਖਾਸ ਕਰਕੇ ਬਹੁਤ ਪਿਆਰ ਕਰਦੀ ਸੀ। 11ਵਾਂ ਕੁਐਸਚਨ ਹੈ ਜੀ ਕਿ ਹਾਊ ਡਿਡ ਚੰਦੂਜ਼ ਮਦਰ ਟਰੀਟ ਦਾ ਨਰੇਟਰ। ਚੰਦੂ ਦੀ ਮਾਂ ਨਰੇਟਰ ਨੂੰ ਕਿਸ ਤਰ੍ਹਾਂ ਟਰੀਟ ਕਰਦੀ ਸੀ, ਉਸ ਨਾਲ ਉਸਦਾ ਵਤੀਰਾ ਕਿਸ ਤਰ੍ਹਾਂ ਦਾ ਸੀ। ਹਾਊ ਦਾ ਮਤਲਬ ਕਿਸ ਤਰ੍ਹਾਂ ਦਾ ਸੀ। ਤਾਂ ਸਾਨੂੰ ਪਤਾ ਹੈ ਬੱਚਿਓ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਚੰਦੂ ਦੀ ਮਾਂ ਨਰੇਟਰ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਸੀ। ਸ਼ੀ ਵਾਜ਼ ਵੈਰੀ ਕਾਈਂਡ ਟੂ ਦਾ ਨਰੇਟਰ ਪ੍ਰਤੀ ਉਹ ਬਹੁਤ ਹੀ ਦਿਆਲੂ ਸੀ। ਸ਼ੀ ਯੂਜ਼ਡ ਟੂ ਸਪੀਕ ਟੂ ਹਿਮ ਇਨ ਅ ਟੀਜ਼ਿੰਗ ਮੈਨਰ, ਜਦੋਂ ਵੀ ਉਸ ਨਾਲ ਉਹ ਗੱਲ ਕਰਦੀ ਸੀ ਤਾਂ ਇੱਕ ਟੀਜ਼ਿੰਗ ਮੈਨਰ ਦੇ ਨਾਲ ਨਾ। ਟੀਜ਼ਿੰਗ ਮੈਨਰ ਦਾ ਮਤਲਬ ਹੁੰਦਾ ਨਾ ਜਦੋਂ ਆਪਾਂ ਕੋਈ ਟੌਂਟ ਜਾ ਕੱਸਦੇ ਹਾਂ, ਕੋਈ ਲਾ ਕੇ ਗੱਲ ਸੁਣਾਉਂਦੇ ਹਾਂ, ਲੜਦੇ ਨਹੀਂ ਆਪਾਂ, ਉੱਚੀ ਆਵਾਜ਼ 'ਚ ਨਹੀਂ ਗੱਲ ਕਰਦੇ, ਲੇਕਿਨ ਕੋਈ ਗੱਲ ਜੀ ਲਾ ਕੇ ਆਪਾਂ ਕਰਦੇ ਹਾਂ ਤਾਂ ਉਹਨੂੰ ਆਪਾਂ ਟੀਜ਼ਿੰਗ ਮੈਨਰ ਕਹਿੰਦੇ ਹਾਂ। ਲੇਕਿਨ ਸਾਨੂੰ ਪਤਾ ਹੈ ਕਿ ਨਰੇਟਰ ਬਹੁਤ ਹੀ ਵਧੀਆ ਸੁਭਾਅ ਵਾਲਾ ਇਨਸਾਨ ਸੀ। ਜਦੋਂ ਵੀ ਉਹ ਟੀਜ਼ਿੰਗ ਮੈਨਰ 'ਚ ਗੱਲ ਕਰਦੀ ਸੀ, ਨਰੇਟਰ ਹਮੇਸ਼ਾ ਉਹਨੂੰ ਮਦਰ ਕਹਿ ਕੇ ਤੇ ਬੜੇ ਪਿਆਰ ਨਾਲ ਬੁਲਾਉਂਦਾ ਸੀ। ਤੇ ਬਾਅਦ 'ਚ ਚੰਦੂ ਦੀ ਮਾਂ ਨਰਮ ਵੀ ਪੈ ਜਾਂਦੀ ਸੀ ਤੇ ਬਹੁਤ ਹੀ ਆਦਰ ਸਤਿਕਾਰ ਕਰਦੀ ਸੀ ਨਰੇਟਰ ਦਾ। 12ਵਾਂ ਕੁਐਸਚਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਇਸ ਚੈਪਟਰ ਦਾ, ਇਹਨੂੰ ਜ਼ਰੂਰ ਤੁਸੀਂ ਧਿਆਨ ਨਾਲ ਸੁਣਿਓ ਤੇ ਸਮਝਿਓ ਕਿ ਵਾਈ ਡਿਡ ਚੰਦੂ ਡਿਸਾਈਡ ਟੂ ਗੋ ਔਨ ਸਟ੍ਰਾਈਕ। ਕਿਉਂ ਚੰਦੂ ਨੇ ਨਿਸ਼ਚਾ ਕੀਤਾ ਕਿ ਉਹ ਸਟ੍ਰਾਈਕ ਤੇ ਜਾਵੇ, ਹੜਤਾਲ ਤੇ ਜਾਵੇ। ਤਾਂ ਸਟੂਡੈਂਟਸ, ਤੁਹਾਨੂੰ ਪਤਾ ਹੈ ਕਿ ਜਦੋਂ ਡਾਕਟਰ ਦੇ ਕੱਪੜਿਆਂ ਵਾਲਾ ਇਨਸੀਡੈਂਟ ਹੋਇਆ ਚੰਦੂ ਦੇ ਨਾਲ, ਉਸਨੇ ਉਹ ਕੱਪੜੇ ਪਾਏ ਹੋਏ ਸੀ ਤੇ ਉਸ ਤੋਂ ਬਾਅਦ ਲਗਭਗ ਹਰ ਇੱਕ ਪਿੰਡ ਦੇ ਉੱਚੀ ਜਾਤ ਵਾਲੇ ਇਨਸਾਨ ਨੇ ਉਸ ਨੂੰ ਗਾਲਾਂ ਕੱਢੀਆਂ, ਉਸ ਨੂੰ ਬੁਰਾ ਭਲਾ ਕਿਹਾ। ਤਾਂ ਚੰਦੂ ਦਾ ਦਿਲ ਬਹੁਤ ਹੀ ਜ਼ਿਆਦਾ ਦੁਖਿਆ। ਤਾਂ ਉਸਨੇ ਨਿਸ਼ਚਾ ਕਰ ਲਿਆ ਕਿ ਮੈਂ ਹੁਣ ਕੁਝ ਇਹੋ ਜਿਹਾ ਕਰੂੰ ਕਿ ਮੈਂ ਇਹਨਾਂ ਨੂੰ ਸਬਕ ਸਿਖਾਊਂ। ਇਸੇ ਕਰਕੇ ਉਹ ਹੜਤਾਲ ਤੇ ਗਿਆ ਸੀ। ਤੇ ਅਸੀਂ ਆਨਸਰ ਲਿਖਾਂਗੇ ਚੰਦੂ ਡਿਸਾਈਡਡ ਟੂ ਗੋ ਔਨ ਸਟ੍ਰਾਈਕ ਬਿਕੋਜ਼ ਹੀ ਸਫਰਡ ਫਰੋਮ ਦਾ ਕਾਸਟ ਡਿਸਕ੍ਰਿਮੀਨੇਸ਼ਨ। ਤਾਂ ਚੰਦੂ ਨੇ ਨਿਸ਼ਚਾ ਕੀਤਾ ਕਿ ਉਹ ਸਟ੍ਰਾਈਕ ਤੇ ਜਾਏਗਾ, ਹੜਤਾਲ ਤੇ ਜਾਏਗਾ, ਕਿਉਂਕਿ ਉਹ ਪੀੜਿਤ ਹੋਇਆ ਸੀ ਜਾਤ ਪਾਤ ਵਾਲੇ ਵਿਤਕਰੇ ਤੋਂ। ਕਾਸਟ ਡਿਸਕ੍ਰਿਮੀਨੇਸ਼ਨ ਦਾ ਮਤਲਬ ਹੁੰਦਾ ਬੱਚਿਓ ਜਾਤ ਪਾਤ ਦਾ ਵਿਤਕਰਾ। ਤਾਂ ਸਟੂਡੈਂਟਸ, ਤੁਹਾਨੂੰ ਯਾਦ ਹੋਣਾ +1 ਦੇ ਵਿੱਚ ਤੁਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਵਾਲਾ ਇੱਕ ਚੈਪਟਰ ਕੀਤਾ ਸੀਗਾ, ਪਹਿਲੇ ਚੈਪਟਰ ਸੀ ਸਾਡਾ ਉਹ। ਤਾਂ ਉਹਦੇ ਵਿੱਚ ਆਦਮੀ ਔਰਤ ਵਾਲਾ ਜਿਹੜਾ ਵਿਤਕਰਾ ਸੀ ਉਹਦੇ ਬਾਰੇ ਦੱਸਿਆ ਗਿਆ ਸੀ, ਲੇਕਿਨ ਇਸ ਚੈਪਟਰ ਦੇ ਵਿੱਚ ਸਾਨੂੰ ਕਾਸਟ ਡਿਸਕ੍ਰਿਮੀਨੇਸ਼ਨ ਬਾਰੇ ਦੱਸਿਆ ਗਿਆ ਕਿ ਉੱਚੀ ਜਾਤ ਵਾਲੇ ਲੋਕ ਨੀਵੀਂ ਜਾਤ ਵਾਲੇ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ, ਕਿੰਨਾ ਤੰਗ ਕਰਦੇ ਨੇ, ਕੀ ਕੁਝ ਬੋਲਦੇ ਨੇ। ਤਾਂ ਉਹ ਸਾਰਾ ਕੁਝ ਚੰਦੂ ਨਾਲ ਇਸ ਸਟੋਰੀ ਦੇ ਵਿੱਚ ਹੁੰਦਾ। ਤਾਂ ਚੰਦੂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਪਾਇਆ ਜਦੋਂ ਉਸ ਨਾਲ ਇਸ ਤਰ੍ਹਾਂ ਦਾ ਬਹੁਤ ਹੀ ਭੈੜਾ ਵਤੀਰਾ ਹੋਇਆ। ਹੀ ਵਾਂਟਡ ਟੂ ਟੀਚ ਅ ਲੈਸਨ ਟੂ ਦੀ ਹਾਈ ਕਾਸਟ ਪੀਪਲ ਆਫ ਦਾ ਵਿਲੇਜ। ਤਾਂ ਉਹ ਚਾਹੁੰਦਾ ਸੀ ਕਿ ਸਬਕ ਸਿਖਾਵੇ ਕਿਸ ਨੂੰ, ਉੱਚੀ ਜਾਤ ਵਾਲੇ ਲੋਕਾਂ ਨੂੰ ਆਪਣੇ ਪਿੰਡ ਦੇ। ਤਾਂ ਆਪਣੇ ਪਿੰਡ ਦੇ ਲੋਕਾਂ ਨੂੰ ਉਹ ਜਿਹੜੇ ਉੱਚੀ ਜਾਤ ਵਾਲੇ ਲੋਕ ਸੀ ਉਹਨਾਂ ਨੂੰ ਉਹ ਸਬਕ ਸਿਖਾਉਣਾ ਚਾਹੁੰਦਾ ਸੀ। ਦੇਖੋ, ਉਸਦੇ ਪਿਤਾ ਨੇ ਸਾਰੀ ਉਮਰ ਇਸੇ ਵਤੀਰੇ ਨੂੰ ਸਹਿੰਦੇ ਹੋਏ ਕੱਟਤੀ ਸੀ, ਲੇਕਿਨ ਚੰਦੂ ਇਸ ਤਰ੍ਹਾਂ ਦਾ ਇਨਸਾਨ ਨਹੀਂ ਸੀ। ਚੰਦੂ ਕਹਿੰਦਾ ਸੀ ਕਿ ਮੈਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਰਹਿ ਸਕਦਾ ਕਿ ਮੈਨੂੰ ਹਰ ਕੋਈ ਬੰਦਾ ਇਨਸਲਟ ਕਰੇ, ਮੇਰੀ ਬੇਇੱਜ਼ਤੀ ਕਰੇ। ਮੇਰੀ ਆਪਣੀ ਇੱਕ ਸੈਲਫ ਰਿਸਪੈਕਟ ਹੈ, ਉਸ ਸੈਲਫ ਰਿਸਪੈਕਟ ਨੂੰ ਅੱਗੇ ਰੱਖਦੇ ਹੋਏ ਉਸ ਨੇ ਸਟ੍ਰਾਈਕ ਤੇ ਜਾਣ ਦਾ ਨਿਸ਼ਚਾ ਕੀਤਾ ਸੀ। 13ਵਾਂ ਕੁਐਸਚਨ ਹੈ ਜੀ ਕਿ ਵਾਈ ਡਿਡ ਚੰਦੂ ਡਿਸਾਈਡ ਟੂ ਬਾਈ ਅ ਬਾਈਸਾਈਕਲ। ਕਿਉਂ ਚੰਦੂ ਨੇ ਨਿਸ਼ਚਾ ਕੀਤਾ ਬਾਈਸਾਈਕਲ ਖਰੀਦਣ ਦਾ। ਸਾਈਕਲ ਉਸਨੇ ਖਰੀਦ ਲਿਆ ਸੀ। ਤੁਹਾਨੂੰ ਯਾਦ ਹੋਣਾ ਲਾਲਾ ਹੁਕਮ ਚੰਦ ਦਾ ਬੇਟਾ ਸੀ ਜੀ, ਜਵਾਰੀ ਬੇਟਾ, ਉਸ ਤੋਂ ਉਹਨੇ 5 ਰੁਪਏ ਦੇ ਵਿੱਚ ਸਾਈਕਲ ਲਿਆ ਸੀ। ਕਿਉਂ ਲਿਆ ਸੀ ਉਸਨੇ? ਤਾਂ ਚੰਦੂ ਡਿਸਾਈਡਡ ਟੂ ਬਾਈ ਅ ਬਾਈਸਾਈਕਲ ਸੋ ਦੈਟ ਹੀ ਕੁਡ ਗੋ ਟੂ ਦਾ ਟਾਊਨ ਡੇਲੀ ਟੂ ਸ਼ੇਵ ਪੀਪਲ ਐਂਡ ਅਰਨ ਮਨੀ। ਤਾਂ ਚੰਦੂ ਨੇ ਨਿਸ਼ਚਾ ਕੀਤਾ ਸਾਈਕਲ ਬਾਏ ਕਰਨ ਦਾ, ਸਾਈਕਲ ਖਰੀਦਣ ਦਾ, ਤਾਂ ਕਿ ਉਹ ਸ਼ਹਿਰ ਰੋਜ਼ ਜਾ ਸਕੇ। ਹੀ ਕੁਡ ਗੋ ਟੂ ਦਾ ਟਾਊਨ ਡੇਲੀ, ਰੋਜ਼ ਜਾ ਸਕੇ। ਕਾਹਦੇ ਲਈ? ਟੂ ਸ਼ੇਵ ਪੀਪਲ
ਤਾਂ ਕਿ ਉਹ ਲੋਕਾਂ ਦੀ ਸ਼ਹਿਰ ਜਾ ਕੇ ਸ਼ੇਵਿੰਗ ਕਰ ਸਕੇ, ਉਹਨਾਂ ਦੀ ਦਾੜੀ ਵਗੈਰਾ ਬਣਾ ਸਕੇ ਅਤੇ ਪੈਸੇ ਕਮਾ ਸਕੇ, ਅਰਨ ਮਨੀ, ਪੈਸੇ ਕਮਾ ਸਕੇ। ਕਿਉਂਕਿ ਪਿੰਡ 'ਚ ਤਾਂ ਬੱਚੇ ਉਸਨੇ ਦੇਖੋ ਕੰਮ ਕਰਨਾ ਛੱਡਤਾ ਸੀ ਨਾ, ਹੁਣ ਆਪਣਾ ਗੁਜ਼ਾਰਾ ਵੀ ਚਲਾਉਣਾ ਹੈ। ਤਾਂ ਉਸਨੇ ਲਾਲਾ ਹੁਕਮ ਚੰਦ ਦੇ ਬੇਟੇ ਤੋਂ 5 ਰੁਪਏ ਦੇ ਵਿੱਚ ਸਾਈਕਲ ਲਿਆ ਅਤੇ ਰੋਜ਼ ਉਸਨੇ ਸ਼ਹਿਰ ਜਾਣਾ ਸਟਾਰਟ ਕਰਤਾ। ਪਿੰਡ 'ਚ ਹਜਾਮਤ ਕਰਨੀ ਛੱਡਤੀ, ਸ਼ਹਿਰ 'ਚ ਸ਼ੁਰੂ ਕਰਤੀ, ਪੈਸੇ ਵਧੀਆ ਆਉਣ ਲੱਗ ਗਏ ਤੇ ਉਸਦੀ ਆਰਥਿਕ ਹਾਲਤ ਕਾਫੀ ਵਧੀਆ ਹੋ ਗਈ ਸੀ। ਇਸ ਤਰੀਕੇ ਦੇ ਨਾਲ ਤੁਹਾਨੂੰ ਯਾਦ ਹੋਵੇ ਕਿ ਉਸਦੀ ਮਾਂ ਵੀ ਉਸ ਨਾਲ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਗਈ ਸੀਗੀ, ਕਿਉਂਕਿ ਹੁਣ ਉਸ ਨੂੰ ਰੋਜ਼ ਪੈਸੇ ਵਧੀਆ ਮਿਲ ਰਹੇ ਸੀ। 14th ਕੁਐਸਚਨ ਹੈ ਜੀ, ਵਾਈ ਹੈਡ ਦਾ ਮੈਨ ਗੈਦਰਡ ਇਨ ਦਾ ਸ਼ਾਹੂਕਾਰ ਸ਼ੌਪ? ਇਹ ਲੋਕ ਕਿਉਂ ਇਕੱਠੇ ਹੋਏ ਸੀ? ਵਾਈ ਦਾ ਮਤਲਬ ਕਿਉਂ, ਗੈਦਰ ਦਾ ਮਤਲਬ ਇਕੱਠੇ ਹੋਣਾ ਸ਼ਾਹੂਕਾਰ ਦੀ ਦੁਕਾਨ ਤੇ। ਤਾਂ ਸ਼ਾਹੂਕਾਰ ਥਾਨੂ ਰਾਮ ਹੈ ਜੀ, ਸਾਨੂੰ ਪਤਾ ਹੈ ਇਸ ਸਟੋਰੀ ਦਾ, ਜੋ ਪਿੰਡ 'ਚ ਰਹਿੰਦਾ ਜੀ। ਤਾਂ ਥਾਨੂ ਰਾਮ ਦੀ ਸ਼ੌਪ ਤੇ ਕਿਉਂ ਲੋਕ ਇਕੱਠੇ ਹੋਏ ਸੀ? ਉੱਥੇ ਬੈਠ ਕੇ ਚਰਚਾ ਕਰ ਰਹੇ ਸੀਗੇ ਜੀ। ਤਾਂ ਆਨਸਰ ਹੈ ਜੀ, ਦਾ ਮੈਨ ਗੈਦਰਡ ਇਨ ਦਾ ਸ਼ਾਹੂਕਾਰ ਸ਼ੌਪਸ ਟੂ ਡਿਸਕਸ ਦੀ ਸਿਚੁਏਸ਼ਨ ਵਿਚ ਹੈਡ ਅਰਾਈਜ਼ਨ ਬਿਕੋਜ਼ ਆਫ ਚੰਦੂ ਸਟ੍ਰਾਈਕ। ਤਾਂ ਲੋਕ ਇਕੱਠੇ ਹੋਏ ਸੀ ਸ਼ਾਹੂਕਾਰ ਦੀ ਸ਼ੌਪ 'ਚ, ਉਸ ਦੀ ਦੁਕਾਨ ਤੇ, ਸਥਿਤੀ ਨੂੰ ਵਿਚਾਰ ਵਟਾਂਦਰਾ ਕਰਨ ਦੇ ਲਈ, ਜਿਹੜੀ ਕਿ ਪੈਦਾ ਹੋ ਗਈ ਸੀ ਕਿਉਂਕਿ ਚੰਦੂ ਸਟ੍ਰਾਈਕ ਤੇ ਚਲਾ ਗਿਆ ਸੀ। ਕਿਉਂਕਿ ਹੁਣ ਚੰਦੂ ਦੇਖੋ ਹੜਤਾਲ ਤੇ ਚਲਾ ਗਿਆ ਸੀ, ਉਹ ਹੁਣ ਅਪਰ ਕਾਸਟ ਲੋਕਾਂ ਦੇ ਘਰੇ ਉਹਨਾਂ ਦੀ ਹਜਾਮਤ ਕਰਨ ਨਹੀਂ ਜਾ ਰਿਹਾ ਸੀ। ਤੇ ਹੁਣ ਉਹ ਸਾਰੇ ਲੋਕ ਸ਼ਾਹੂਕਾਰ ਦੀ ਦੁਕਾਨ ਤੇ ਇਕੱਠੇ ਹੋਏ ਵੀ ਭਾਈ ਹੁਣ ਬਣੂ ਕੀ ਆਪਣਾ, ਆਪਣੇ ਪਿੰਡ ਦਾ ਨਾਈ ਤਾਂ ਆਪਣੇ ਘਰੇ ਆਂਦਾ ਨਹੀਂ, ਹੁਣ ਆਪਾਂ ਕੀ ਕਰੀਏ? ਤਾਂ ਇਸ ਸਥਿਤੀ ਨੂੰ ਸੋਲਵ ਕਰਨ ਦੇ ਲਈ, ਹੱਲ ਕਰਨ ਦੇ ਲਈ ਉਹ ਸਾਰੇ ਇਕੱਠੇ ਹੋਏ ਸੀ। 15th ਕੁਐਸਚਨ ਹੈ ਜੀ ਕਿ ਹਾਊ ਡਿਡ ਦਾ ਸ਼ਾਹੂਕਾਰ ਲੁੱਕ ਵਿਦਆਊਟ ਬੀਇੰਗ ਟ੍ਰਿਮਡ ਬਾय ਦਾ ਬਾਰਬਰ? ਤਾਂ ਸ਼ਾਹੂਕਾਰ ਕਿਸ ਤਰ੍ਹਾਂ ਦਾ ਲੱਗਦਾ ਸੀ ਜਦੋਂ ਉਸ ਦੀ ਹਜਾਮਤ ਨਹੀਂ ਕੀਤੀ ਗਈ ਬਾਰਬਰ ਦੁਆਰਾ, ਮਤਲਬ ਚੰਦੂ ਦੁਆਰਾ। ਹਾਊ ਦਾ ਮਤਲਬ ਕਿਵੇਂ। ਤਾਂ ਸ਼ਾਹੂਕਾਰ ਥਾਨੂ ਰਾਮ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ? ਤੁਹਾਨੂੰ ਯਾਦ ਹੋਣਾ ਬੱਚਿਓ ਕਿ ਚੰਦੂ ਨੇ ਲੇਖਕ ਨੂੰ ਕਿਹਾ ਸੀ ਕਿ ਤੂੰ ਦੇਖੀ ਜਾਈ, ਆਉਣ ਵਾਲੇ ਟਾਈਮ 'ਚ ਮੈਂ ਤੈਨੂੰ ਇੱਕ ਅਜਿਹੀ ਚੀਜ਼ ਦਿਖਾऊं ਜਿਹਨੂੰ ਤੂੰ ਦੇਖ ਕੇ ਇੰਨਾ ਹੱਸੇਗਾ ਕਿ ਜ਼ਿੰਦਗੀ 'ਚ ਨਹੀਂ ਹੱਸਿਆ ਹੋਏਗਾ। ਤੇ ਉਹਨੇ ਐਵੇਂ ਪਲੈਨਿੰਗ ਕੀਤੀ ਹੋਈ ਸੀ ਕਿ ਮੈਂ ਹੁਣ ਹੜਤਾਲ ਤੇ ਜਾਊਂ ਤੇ ਇਹਨਾਂ ਦੇ ਜਿਹੜੇ ਅਪਰ ਕਾਸਟ ਲੋਕ ਨੇ, ਇਹਨਾਂ ਦੀਆਂ ਜਦੋਂ ਦਾੜੀਆਂ ਤਰ੍ਹਾਂ ਤਰ੍ਹਾਂ ਦੀਆਂ ਆਉਣਗੀਆਂ ਤਾਂ ਦੇਖੀ ਇਹਨਾਂ ਦੇ ਚਿਹਰੇ ਦਾ ਹੁਲੀਆ ਬਣਦਾ ਕੀ ਹੈ। ਤਾਂ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਵਿਜੈ ਚੰਦ ਹੈ ਉਹ ਤਾਂ ਇੱਕ ਸਿੱਖ ਲਾਈਨ ਵਰਗਾ ਲੱਗ ਰਿਹਾ ਸੀ, ਜਿਵੇਂ ਕੋਈ ਬਿਮਾਰ ਸ਼ੇਰ ਹੁੰਦਾ, ਕਿਉਂਕਿ ਉਹ ਡੀਲ ਡੋਲ ਵਾਲਾ ਸੀਗਾ ਨਾ ਬੰਦਾ, ਉਹ ਕਾਫੀ ਭਾਰੀ ਭਰਕਮ ਸੀਗਾ, ਤਾਂ ਉਹ ਬਿਮਾਰ ਸ਼ੇਰ ਵਰਗਾ ਲੱਗਦਾ ਸੀਗਾ ਵਿਜੈ ਚੰਦ ਤਾਂ। ਪਰ ਇੱਥੇ ਕੁਐਸਚਨ ਸ਼ਾਹੂਕਾਰ ਬਾਰੇ ਹੈ, ਤਾਂ ਇਹ ਬੱਚਿਓ ਧਿਆਨ ਰੱਖਿਓ। ਮੈਂ ਕਈ ਬੱਚਿਆਂ ਦੇ ਨੋਟਬੁੱਕਸ ਦੇ ਵਿੱਚ ਜਾਂ ਉਹਨਾਂ ਦੇ ਆਨਸਰਸ ਮੈਂ ਜਦੋਂ ਚੈੱਕ ਕਰਦਾ ਹੁੰਦਾ ਇਹ ਵਾਲੇ ਕੁਐਸਚਨ ਦਾ, ਤਾਂ ਉਹ ਇੱਥੇ ਸਿੱਖ ਲਾਈਨ ਦਾ ਆਨਸਰ ਲਿਖ ਦਿੰਦੇ ਨੇ ਕਿ ਸ਼ਾਹੂਕਾਰ ਸਿੱਖ ਲਾਈਨ ਵਰਗਾ ਲੱਗ ਰਿਹਾ ਸੀ, ਬਿਮਾਰ ਸ਼ੇਰ ਲੱਗ ਰਿਹਾ ਸੀ। ਈਵਨ ਕਿ ਕਈ ਗਾਈਡਾਂ ਦੇ ਵਿੱਚ ਵੀ ਇਹ ਆਨਸਰ ਇਹਦਾ ਇਹੀ ਲਿਖਿਆ ਹੋਇਆ, ਜੋ ਕਿ ਗਲਤ ਹੈ। ਤਾਂ ਸਟੂਡੈਂਟਸ, ਜੇ ਤੁਸੀਂ ਚੈਪਟਰ ਦੇ ਵਿੱਚ ਜਾ ਕੇ ਪੜ੍ਹੋ, ਜੋ ਮੈਂ ਸਾਰੀ ਸਟੋਰੀ ਐਕਸਪਲੇਨ ਕੀਤੀ ਹੈ, ਜੇਕਰ ਜਾ ਕੇ ਤੁਸੀਂ ਉਹ ਦੇਖੋ ਤਾਂ ਉਸ ਦੇ ਵਿੱਚ ਸਿੱਖ ਲਾਈਨ ਲੱਗ ਰਿਹਾ ਹੈ ਵਿਜੈ ਚੰਦ ਜ਼ਮੀਂਦਾਰ, ਪਰ ਸ਼ਾਹੂਕਾਰ ਲੱਗ ਰਿਹਾ ਹੈ ਕੋੜੀ ਦੀ ਤਰ੍ਹਾਂ। ਤਾਂ ਅਸੀਂ ਆਨਸਰ ਲਿਖਾਂਗੇ, ਦਾ ਸ਼ਾਹੂਕਾਰ ਲੁਕਡ ਲਾਈਕ ਅ ਲੈਪਰ ਵਿਦਆਊਟ ਬੀਇੰਗ ਟ੍ਰਿਮਡ ਬਾय ਚੰਦੂ। ਤਾਂ ਸ਼ਾਹੂਕਾਰ ਇੱਕ ਕੋੜੀ ਦੀ ਤਰ੍ਹਾਂ ਲੱਗ ਰਿਹਾ ਹੈ। ਲੈਪਰ ਦਾ ਮਤਲਬ ਜਿਹਨੂੰ ਕੋੜ ਹੋ ਜੇ, ਇਸ ਤਰ੍ਹਾਂ ਦਾ ਬੰਦਾ ਕੋੜੀ ਜਾ ਬਣ ਜੇ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਜਦੋਂ ਚੰਦੂ ਨੇ ਉਸ ਦੀ ਹਜਾਮਤ ਨਹੀਂ ਕੀਤੀ। ਟ੍ਰਿਮ ਦਾ ਮਤਲਬ ਹੁੰਦਾ ਬੱਚਿਓ ਸ਼ੇਵ ਕਰਨਾ, ਤਾਂ ਉਹ ਬਿਨਾਂ ਸ਼ੇਵ ਤੋਂ ਇੱਕ ਲੈਪਰ ਦੀ ਤਰ੍ਹਾਂ ਲੱਗ ਰਿਹਾ ਹੈ। ਲੈਪਰ ਦਾ ਮਤਲਬ ਇੱਥੇ ਹੁੰਦਾ ਹੈ ਕੋੜੀ। 16th ਕੁਐਸਚਨ ਹੈ ਜੀ ਕਿ ਵਟ ਜੋਕਸ ਬਿਕੇਮ ਪਪੂਲਰ ਇਨ ਐਵਰੀ ਹੋਮ ਐਂਡ ਵਾਈ? ਕਿਹੜੇ ਚੁਟਕਲੇ ਪ੍ਰਸਿੱਧ ਹੋ ਗਏ ਹਰ ਘਰ ਦੇ ਵਿੱਚ ਅਤੇ ਕਿਉਂ? ਤਾਂ ਦੋ ਕੁਐਸਚਨ ਇੱਕ ਕੁਐਸਚਨ ਦੇ ਵਿੱਚ ਪੁੱਛੇ ਹੋਏ ਨੇ ਕਿ ਇੱਕ ਦਾ ਉਹ ਚੁਟਕਲੇ ਦੱਸੋ ਜਿਹੜੇ ਪਪੂਲਰ ਹੋ ਗਏ ਸੀ ਪਿੰਡ 'ਚ ਜਦੋਂ ਵੱਡੇ ਲੋਕਾਂ ਦੀ ਹਜਾਮਤ ਨਹੀਂ ਹੋਈ, ਤੇ ਫਿਰ ਉਹ ਚੁਟਕਲੇ ਕਿਉਂ ਪਪੂਲਰ ਹੋਏ। ਆਨਸਰ ਅਸੀਂ ਲਿਖਾਂਗੇ ਕਿ ਚੰਦੂ ਹੈਡ ਗੋਨ ਔਨ ਸਟ੍ਰਾਈਕ। ਤਾਂ ਚੰਦੂ ਸਟ੍ਰਾਈਕ ਤੇ ਗਿਆ ਹੋਇਆ ਸੀ। ਦੇਅਰ ਵਾਜ਼ ਨੋ ਵਨ ਇਨ ਦਾ ਵਿਲੇਜ ਟੂ ਸ਼ੇਵ ਦਾ ਵਿਲੇਜਰਸ। ਇੱਥੇ ਵੀ ਥੋੜੀ ਟਾਈਪੋ ਐਰਰ ਹੋ ਗਈ, ਤਾਂ ਵਿਲੇਜਰਸ ਠੀਕ ਕਰ ਲਿਓ ਇੱਥੇ। ਤਾਂ ਪਿੰਡ ਦੇ ਵਿੱਚ ਕੋਈ ਨਹੀਂ ਸੀ ਜੋ ਕਿ ਪਿੰਡ ਵਾਸੀਆਂ ਦੀ ਸ਼ੇਵ ਕਰ ਸਕਦਾ, ਚੰਦੂ ਤਾਂ ਸਟ੍ਰਾਈਕ ਤੇ ਗਿਆ ਹੋਇਆ ਸੀ। ਸੋ ਇਸ ਕਰਕੇ ਦਾ ਜੋਕਸ ਅਬਾਊਟ ਦਾ ਅਨਕੈਂਪਡ ਬੀਅਰਡ ਆਫ ਦੀ ਐਲਡਰਸ ਆਫ ਦਾ ਵਿਲੇਜ ਬਿਕੇਮ ਪਪੂਲਰ ਇਨ ਐਵਰੀ ਹੋਮ। ਇਸ ਕਰਕੇ ਵੱਡੇ ਵਡੇਰੇ ਜਿਹੜੇ ਅਪਰ ਕਾਸਟ ਲੋਕਾਂ ਦੇ ਹੁਲੀਏ ਵਿਗੜ ਗਏ ਤੇ ਉਹਨਾਂ ਦੀ ਦਾੜੀ ਜੋ ਕਿ ਹੁਣ ਬਣੀ ਨਹੀਂ ਸੀ, ਉਸ ਦੇ ਬਾਰੇ ਜਿਹੜੇ ਚੁਟਕਲੇ ਸੀ ਉਹ ਪਿੰਡ ਦੇ ਵਿੱਚ ਪ੍ਰਸਿੱਧ ਹੋ ਗਏ, ਹਰ ਘਰ ਦੇ ਵਿੱਚ ਪ੍ਰਸਿੱਧ ਹੋ ਗਏ। ਆਪਾਂ ਦੋਨਾਂ ਕੁਐਸਚਨਾਂ ਦੇ ਆਨਸਰ ਦੇਤੇ, ਕਿਉਂਕਿ ਚੰਦੂ ਸਟ੍ਰਾਈਕ ਤੇ ਗਿਆ ਹੋਇਆ ਸੀ ਤੇ ਉਹਨਾਂ ਦੀਆਂ ਦਾੜੀਆਂ ਕਰਕੇ ਉਹਨਾਂ ਦੇ ਚਿਹਰੇ ਦੇ ਹੁਲੀਏ ਵਿਗੜ ਗਏ, ਤਾਂ ਉਹਨਾਂ ਵਿਗੜੇ ਹੋਏ ਹੁਲੀਏ ਦੇ ਜਿਹੜੇ ਜੋਕਸ ਨੇ ਉਹ ਹਰ ਘਰ ਦੇ ਵਿੱਚ ਪਿੰਡ 'ਚ ਪ੍ਰਸਿੱਧ ਹੋ ਗਏ। 17ਵਾਂ ਕੁਐਸਚਨ ਹੈ ਜੀ ਕਿ what was the reason of the rumor that the landlord's wife had threatened to run away with someone else? ਤਾਂ ਇੱਕ ਅਫਵਾਹ ਵੀ ਫੈਲੀ ਸੀ ਜੀ ਪਿੰਡ 'ਚ ਕਿ ਵਿਜੈ ਚੰਦ ਦੀ ਘਰ ਵਾਲੀ ਉਹਨੂੰ ਛੱਡ ਕੇ ਭੱਜ ਰਹੀ ਹੈ। ਤਾਂ ਉਹਦੇ ਬਾਰੇ ਕੁਐਸਚਨ ਹੈ ਜੀ ਕਿ ਉਸ ਰਿਊਮਰ ਦਾ ਕੀ ਕਾਰਨ ਸੀ। ਰਿਊਮਰ ਦਾ ਮਤਲਬ ਹੁੰਦਾ ਬੱਚਿਓ ਅਫਵਾਹ। ਉਸ ਅਫਵਾਹ ਦਾ ਕੀ ਕਾਰਨ ਸੀ ਕਿ ਲੈਂਡਲੋਰਡ ਦੀ ਘਰ ਵਾਲੀ ਨੇ ਧਮਕੀ ਦਿੱਤੀ ਹੈ
ਥ੍ਰੈਟਨ ਦਾ ਮਤਲਬ ਧਮਕੀ ਦੇਣਾ ਕਿ ਉਹ ਕਿਸੇ ਹੋਰ ਨਾਲ ਭੱਜ ਜਾਏਗੀ। ਤਾਂ ਸਟੂਡੈਂਟਸ ਇਹ ਅਸੀਂ ਸਟੋਰੀ ਪੜ੍ਹੀ ਹੈ। ਵਿਜੈ ਚੰਦ ਅਮੀਰ ਆਦਮੀ ਤਾਂ ਜ਼ਰੂਰ ਸੀ, ਪਰ ਉਹ ਬਹੁਤ ਹੀ ਬਜ਼ੁਰਗ ਸੀ ਤੇ ਉਸਦੀ ਘਰ ਵਾਲੀ ਬਹੁਤ ਹੀ ਯੰਗ ਸੀ, ਬਹੁਤ ਜ਼ਿਆਦਾ ਏਜ ਦਾ ਡਿਫਰੈਂਸ ਸੀ। ਅੱਗੇ ਤਾਂ ਉਹ ਰੋਜ਼ ਸ਼ੇਵ ਹੁੰਦੀ ਸੀ ਤਾਂ ਥੋੜਾ ਜਿਹਾ ਠੀਕ ਲੱਗਦਾ ਸੀਗਾ ਉਹ ਦੇਖਣ 'ਚ, ਲੇਕਿਨ ਹੁਣ ਪਿਛਲੇ ਕਈ ਦਿਨਾਂ ਤੋਂ ਉਹਦੀ ਸ਼ੇਵ ਹੀ ਨਹੀਂ ਸੀ ਹੋ ਰਹੀ, ਤਾਂ ਉਹ ਸਿਕ ਲਾਇਨ ਵਰਗਾ ਬਿਮਾਰ ਸ਼ੇਰ ਦੀ ਤਰ੍ਹਾਂ ਨਜ਼ਰ ਆ ਰਿਹਾ ਸੀ। ਤਾਂ ਹੁਣ ਪਿੰਡ 'ਚ ਇਹ ਇੱਕ ਅਫਵਾਹ ਫੈਲ ਗਈ ਕਿ ਉਸਦੀ ਜਿਹੜੀ ਨੌਜਵਾਨ ਪਤਨੀ ਹੈ ਉਸ ਨੂੰ ਹੁਣ ਉਹਦਾ ਹੁਲੀਆ ਪਸੰਦ ਨਹੀਂ ਆ ਰਿਹਾ ਤੇ ਹੁਣ ਉਸਨੇ ਨਿਸ਼ਚਾ ਕੀਤਾ ਹੈ ਕਿ ਜੇਕਰ ਉਸਨੇ ਆਪਣੀ ਦਾੜੀ ਨਾ ਬਣਵਾਈ ਵਧੀਆ ਤਰੀਕੇ ਨਾਲ ਤਾਂ ਉਹ ਕਿਸੇ ਹੋਰ ਨਾਲ ਭੱਜੂ। ਤਾਂ ਆਨਸਰ ਇਹ ਹੈ ਜੀ, ਦਾ ਰੀਜ਼ਨ ਆਫ ਦਾ ਰਿਊਮਰ ਵਾਸ ਦੈਟ ਦਾ ਓਲਡ ਲੈਂਡਲੋਰਡ ਲੁਕਡ, ਇੱਥੇ ਡੀ ਕਰ ਲਿਓ, ਠੀਕ ਟਾਈਪੋ ਐਰਰ ਹੋ ਗਈ, ਵੈਰੀ ਅਗਲੀ ਵਿਦ ਹਿਜ਼ ਅਨਸ਼ੇਵਨ ਬੀਅਰਡ ਐਂਡ ਹਿਜ਼ ਯੰਗ ਵਾਈਫ ਡਿਡ ਨੋਟ ਲਾਈਕ ਇਟ। ਤਾਂ ਇਸ ਅਫਵਾਹ ਦਾ ਕਾਰਨ ਇਹ ਸੀ ਕਿ ਜਿਹੜਾ ਬੁੱਢਾ ਜ਼ਮੀਂਦਾਰ ਵਿਜੈ ਚੰਦ ਸੀ ਉਹ ਬਹੁਤ ਹੀ ਅਗਲੀ ਭੱਦਾ ਨਜ਼ਰ ਆ ਰਿਹਾ ਸੀ ਆਪਣੇ ਬਿਨਾਂ ਸ਼ੇਵ ਕੀਤੀ ਦਾੜੀ ਦੇ ਨਾਲ, ਕਿਉਂਕਿ ਉਹ ਸਿੱਕ ਲਾਈਨ ਵਰਗਾ ਨਜ਼ਰ ਆ ਰਿਹਾ ਸੀ, ਹੋਰ ਹੀ ਕੁਝ ਹੁਲੀਆ ਉਹਦਾ ਪੂਰੀ ਤਰ੍ਹਾਂ ਵਿਗੜ ਗਿਆ ਸੀ, ਤਾਂ ਬਹੁਤ ਹੀ ਭੱਦਾ ਨਜ਼ਰ ਆ ਰਿਹਾ ਸੀ। ਅਤੇ ਉਸ ਦੀ ਜਿਹੜੀ ਯੰਗ ਵਾਈਫ ਹੈ ਜੋ ਕਿ ਨੌਜਵਾਨ ਪਤਨੀ ਹੈ ਉਸ ਤੋਂ ਉਮਰ 'ਚ ਬਹੁਤ ਜ਼ਿਆਦਾ ਛੋਟੀ ਹੈ, ਇਸ ਤਰ੍ਹਾਂ ਦੇ ਹੁਲੀਏ ਨੂੰ ਪਸੰਦ ਨਹੀਂ ਸੀ ਕਰ ਰਹੀ। 18ਵਾਂ ਕੁਐਸਚਨ ਹੈ ਜੀ ਕਿ ਵਾਈ ਡਿਡ ਦਾ ਵਿਲੇਜ ਐਲਡਰਸ ਥ੍ਰੈਟਨ ਚੰਦੂ, ਕਿਉਂ ਪਿੰਡ ਦੇ ਵੱਡੇ ਵਡੇਰਿਆਂ ਨੇ ਚੰਦੂ ਨੂੰ ਥ੍ਰੈਟਨ ਕੀਤਾ, ਧਮਕੀ ਦਿੱਤੀ। ਥ੍ਰੈਟਨ ਦਾ ਮਤਲਬ ਹੁੰਦਾ ਹੈ ਜੀ ਧਮਕੀ ਦੇਣਾ। ਤਾਂ ਆਨਸਰ ਹੈ ਜੀ, ਦਾ ਵਿਲੇਜ ਐਲਡਰਸ ਥ੍ਰੈਟਨ ਚੰਦੂ ਟੂ ਸੈਂਡ ਹਿਮ ਟੂ ਪ੍ਰਿਜ਼ਨ ਫॉर ਹਿਜ਼ ਆਫੈਂਸਿਸ। ਤਾਂ ਪਿੰਡ ਦੇ ਵੱਡੇ ਵਡੇਰਿਆਂ ਨੇ ਚੰਦੂ ਨੂੰ ਧਮਕੀ ਦਿੱਤੀ ਕਿ ਕਿਉਂਕਿ ਤੂੰ ਸਟ੍ਰਾਈਕ ਤੇ ਗਿਆ ਹੋਇਆ ਹੈ, ਤੂੰ ਸਾਡੇ ਘਰਾਂ 'ਚ ਸਾਡੀ ਆ ਕੇ ਸ਼ੇਵ ਨਹੀਂ ਬਣਾ ਰਿਹਾ, ਤਾਂ ਅਸੀਂ ਤੈਨੂੰ ਜੇਲ੍ਹ 'ਚ ਭੇਜ ਦਾਂਗੇ। ਟੂ ਸੈਂਡ ਹਿਮ ਟੂ ਪ੍ਰਿਜ਼ਨ, ਪ੍ਰਿਜ਼ਨ ਦਾ ਮਤਲਬ ਜੇਲ੍ਹ 'ਚ ਭੇਜ ਦਾਂਗੇ, ਫॉर ਹਿਜ਼ ਆਫੈਂਸਿਸ, ਕਿਉਂਕਿ ਤੂੰ ਅਪਰਾਧ ਕਰ ਰਹੇ ਹੈ। ਆਫੈਂਸਿਸ ਦਾ ਮਤਲਬ ਹੁੰਦਾ ਬੱਚਿਓ ਅਪਰਾਧ। ਅਪਰਾਧ ਕਿਹੜਾ ਕਰ ਰਿਹਾ ਹੈ ਕਿ ਉਹ ਵੱਡੀ ਜਾਤ ਦੇ ਲੋਕਾਂ ਦੇ ਘਰੇ ਉਹਨਾਂ ਦੀ ਸ਼ੇਪ ਬਣਾਉਣ ਨਹੀਂ ਜਾ ਰਿਹਾ। ਇਹ ਅਪਰਾਧ ਸੀਗਾ ਜੀ ਚੰਦੂ ਦਾ। ਇਸ ਅਪਰਾਧ ਦੇ ਕਰਕੇ ਉਹ ਉਸ ਨੂੰ ਧਮਕੀ ਦੇ ਰਹੇ ਸੀ ਕਿ ਤੈਨੂੰ ਅਸੀਂ ਜੇਲ੍ਹ 'ਚ ਭੇਜ ਦਾਂਗੇ। ਪਰ ਬੱਚਿਓ ਤੁਹਾਨੂੰ ਪਤਾ ਹੈ ਜਦੋਂ ਉਹਨਾਂ ਨੇ ਇਹੀ ਗੱਲ ਉਸ ਦੀ ਮਾਂ ਨੂੰ ਜਾ ਕੇ ਕਹੀ ਤਾਂ ਮਾਂ ਨੇ ਫਿਰ ਚੰਗੀਆਂ ਚੰਗੀਆਂ ਖਰੀਆਂ ਸੁਣਾਈਆਂ ਚੰਦੂ ਦੀ ਮਾਂ ਨੇ ਨਾ ਵੱਡੀ ਜਾਤ ਦੇ ਲੋਕਾਂ ਨੂੰ, ਤੇ ਸਿੱਧਾ ਕਿਹਾ ਕਿ ਮੇਰਾ ਚੰਦੂ ਤਾਂ ਐਂ ਕਰੂ, ਜੋ ਉਹਦੇ ਮਨ 'ਚ ਹੈ ਉਹੀ ਕਰੂ, ਸ਼ਹਿਰ ਰੋਜ਼ ਜਾਊ, ਤੁਹਾਡੇ ਘਰੇ ਨਹੀਂ ਜਾਊਗਾ। ਤਾਂ ਚੰਦੂ ਨੂੰ ਬੜਾ ਹੌਸਲਾ ਮਿਲਿਆ ਹੋਣਾ ਜੀ ਆਪਣੀ ਮਾਂ ਦੀਆਂ ਇਹਨਾਂ ਗੱਲਾਂ ਤੋਂ, ਤਾਂ ਉਸਨੇ ਇਹ ਵੱਡੇ ਲੋਕਾਂ ਦੀ ਧਮਕੀ ਦੀ ਵੀ ਪਰਵਾਹ ਨਹੀਂ ਕੀਤੀ। ਲਾਸਟ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੱਚਿਓ ਕਿ ਨੇਮ ਦਾ ਯੂਨੀਅਨ ਦੈਟ ਗੇਵ ਬਰਥ ਟੂ ਮੈਨੀ ਅਦਰ ਐਕਟਿਵ ਟ੍ਰੇਡ ਯੂਨੀਅਨਸ ਇਨ ਦਾ ਟਾਊਨ। ਉਸ ਯੂਨੀਅਨ ਦਾ ਨਾਮ ਦੱਸੋ ਜਿਸ ਨੇ ਕਿ ਬਹੁਤ ਸਾਰੀਆਂ ਹੋਰ ਟ੍ਰੇਡ ਯੂਨੀਅਨਸ, ਟ੍ਰੇਡ ਯੂਨੀਅਨ ਦਾ ਮਤਲਬ ਹੁੰਦਾ ਵਪਾਰਕ ਜਿਹੜੇ ਸੰਘ ਬਣਦੇ ਨੇ। ਜੇ ਤੁਸੀਂ ਸ਼ਹਿਰਾਂ 'ਚ ਜਾਓ ਤਾਂ ਤੁਹਾਨੂੰ ਪਤਾ ਹੈ ਕਿ ਅਲੱਗ-ਅਲੱਗ ਦੁਕਾਨਦਾਰਾਂ ਨੇ ਆਪਣੀਆਂ ਯੂਨੀਅਨਾਂ ਬਣਾਈਆਂ ਹੁੰਦੀਆਂ ਨੇ, ਤਾਂ ਇਸ ਤਰ੍ਹਾਂ ਦੀਆਂ ਜਿਹੜੀ ਯੂਨੀਅਨਾਂ ਨੂੰ ਹੋਰ ਜਨਮ ਦਿੱਤਾ ਸੀਗਾ ਸ਼ਹਿਰਾਂ ਦੇ ਵਿੱਚ। ਤਾਂ ਅਸੀਂ ਉਸ ਪਹਿਲੀ ਯੂਨੀਅਨ ਦਾ ਨਾਮ ਦੱਸਣਾ ਹੈ ਤੇ ਇਹ ਯੂਨੀਅਨ ਕਿਹਨੇ ਬਣਾਈ ਸੀ ਸਾਨੂੰ ਪਤਾ ਬੱਚਿਓ, ਚੰਦੂ ਨੇ। ਆਨਸਰ ਹੈ ਜੀ, ਦਾ ਨੇਮ ਆਫ ਦਾ ਯੂਨੀਅਨ ਵਾਸ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਸ ਹੈਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ। ਤਾਂ ਉਸ ਯੂਨੀਅਨ ਦਾ ਨਾਮ ਸੀ ਜੀ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਸ ਹੈਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ। ਤਾਂ ਇਸ ਯੂਨੀਅਨ ਦਾ ਨਾਮ ਬੱਚਿਓ ਬਹੁਤ ਹੀ ਧਿਆਨ ਨਾਲ ਪਾਣਾ ਹੈ। ਸਿੰਗਲ ਕੋਟਸ ਦੇ ਵਿੱਚ ਇਸ ਨੂੰ ਸ਼ੁਰੂ ਕਰਨਾ ਹੈ, ਸਿੰਗਲ ਕੋਟ ਦੇ ਵਿੱਚ ਬੰਦ ਕਰਨਾ ਹੈ। ਬ੍ਰਦਰਸ ਤੋਂ ਬਾਅਦ ਵੀ ਸਾਨੂੰ ਇੱਕ ਸਿੰਗਲ ਕੋਟ ਪਾਣਾ ਹੈ, ਇਹ ਵੀ ਧਿਆਨ ਰੱਖਿਓ। ਇਸ ਦੇ ਸਪੈਲਿੰਗਸ ਦਾ ਤੇ ਵੱਡੇ ਅੱਖਰਾਂ ਦਾ ਵੀ ਧਿਆਨ ਰੱਖਣਾ ਹੈ। ਤਾਂ ਬੱਚਿਓ ਇਸ ਆਨਸਰ ਨੂੰ 2-4 ਵਾਰੀ ਲਿਖ ਕੇ ਦੇਖ ਲਿਓ ਜਿਵੇਂ ਮੈਂ ਲਿਖਿਆ, ਕਿਉਂਕਿ ਇਸ ਕੁਐਸਚਨ ਦੇ ਪੇਪਰਾਂ 'ਚ ਆਉਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਨੇ। ਤਾਂ ਉਮੀਦ ਹੈ ਸਟੂਡੈਂਟਸ ਤੁਹਾਨੂੰ ਇਹ ਸਾਰੇ 19 ਦੇ 19 ਕੁਐਸਚਨ ਸਮਝ ਆ ਗਏ ਹੋਣਗੇ। ਮੈਂ ਬਹੁਤ ਹੀ ਸਿੰਪਲ ਆਨਸਰਸ ਲਿਖੇ ਨੇ, ਪੇਪਰ ਦੇ ਵਿੱਚ ਇਹ ਸਿਰਫ 2-2 ਨੰਬਰ ਦੇ ਆਉਂਦੇ ਨੇ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਆਨਸਰਸ ਬੜੀ ਈਜ਼ੀਲੀ ਯਾਦ ਹੋ ਜਾਣਗੇ। ਤੁਸੀਂ ਆਪਣੀਆਂ ਨੋਟਬੁੱਕਸ ਤੇ ਸਾਰੇ ਆਨਸਰਸ ਉਤਾਰ ਲੈਣੇ ਨੇ। ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦਾ ਜੋ ਮੇਨ ਲੌਂਗ ਆਨਸਰ ਟਾਈਪ ਕੁਐਸਚਨ ਹੈ, ਐਸੇ ਟਾਈਪ ਕੁਐਸਚਨ ਉਹ ਡਿਸਕਸ ਕਰਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।